ਚੈਨਲ ਪੰਜਾਬੀ ਦੇਖੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮਸਲੇ, ਅੱਜ ਦੀਆਂ ਕੁਝ ਗੱਲਾਂ ਬਾਤਾਂ। ਅੱਜ ਕੈਨੇਡਾ ਦੀਆਂ ਪ੍ਰਮੁੱਖ ਖਬਰਾਂ ਕਿਹੜੀਆਂ ਨੇ, ਸੁਰਖੀਆਂ ਕਿਹੜੀਆਂ ਨੇ, ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲਈ, ਉਹਨਾਂ ਦੇ ਉੱਤੇ ਗੱਲਬਾਤ ਕਰਨ ਲਈ, ਜਿਹੜੇ ਮਸਲਿਆਂ ਦੇ ਉੱਤੇ ਅੱਜ ਕੈਨੇਡਾ ਦੇ ਵਿੱਚ ਗੱਲਬਾਤ ਹੋ ਰਹੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਨੇ। ਸਭ ਤੋਂ ਪਹਿਲਾਂ ਅੱਜ ਚਰਚਾ ਚੱਲ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ 911 ਸਿਸਟਮ ਆ ਉਹ ਅਪਗ੍ਰੇਡ ਹੋ ਰਿਹਾ, ਉਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ, ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਦੂਜਾ, ਕਿਤਾਬਾਂ ਦਾ ਇੱਕ ਬਹੁਤ ਪ੍ਰਸਿੱਧ ਸਟੋਰ ਆ ਇੰਡੀਗੋ ਦੇ ਉੱਤੇ ਸਾਈਬਰ ਅਟੈਕ ਹੋਇਆ ਸੀ ਪਿਛਲੇ ਦਿਨਾਂ ਦੇ ਵਿੱਚ, ਉਹਦੀ ਹੁਣੀ ਗੱਲਾਂ ਬਾਤਾਂ ਸਾਹਮਣੇ ਆਈਆਂ ਵੀ ਉਹਦੀਆਂ ਤਾਰਾਂ ਕਿਤੇ ਨਾ ਕਿਤੇ ਰੂਸ ਦੇ ਨਾਲ ਜੁੜਦੀਆਂ। ਘਰ ਇਸ ਵੇਲੇ ਸਸਤੇ ਹੋਏ ਆ ਪਰ ਲੋਕਾਂ 'ਚ ਲੈਣ ਦੀ ਹਿੰਮਤ ਨਹੀਂ। ਦੱਸਿਆ ਜਾ ਰਿਹਾ ਕਿ ਲੋਕ ਬਿਨਾਂ ਰੀਅਲਟਰ ਤੋਂ ਘਰ ਖਰੀਦਣ ਲੱਗ ਪਏ ਕੈਨੇਡਾ ਦੇ ਵਿੱਚ। ਇਹ ਕੀ ਨਵਾਂ ਰੁਝਾਨ ਆ? ਪਹਿਲਾਂ ਵੀ ਇੱਦਾਂ ਕਰਦੇ ਰਹੇ ਆ। ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ। ਅਤੇ ਕੈਨੇਡਾ ਦੇ ਵਿੱਚ ਰਿਵਰਸ ਮੌਰਗੇਜ ਦਾ ਰੁਝਾਨ ਕਾਫੀ ਵੱਧ ਰਿਹਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਸਕਾਚਮੈਨ ਦੇ ਵਿੱਚ ਵਿਅਕਤੀ ਦੇ ਐਰੀਜ਼ੋਨਾ ਵਿੱਚ ਬਿਮਾਰ ਹੋਣ ਤੋਂ ਬਾਅਦ ਇੱਕ ਸੰਕਟ ਪੈਦਾ ਹੋਇਆ, ਇਹ ਗੱਲਬਾਤ ਤੁਹਾਡੇ ਨਾਲ ਕਰਨੀ ਆ। ਕੈਨੇਡਾ ਵਿੱਚ ਜੇਕਰ ਤੁਸੀਂ ਲੇਟ ਟੈਕਸ ਫਾਈਲ ਕਰਦੇ ਆ ਤਾਂ ਜੁਰਮਾਨਾ ਕਿੰਨਾ ਲੱਗੂਗਾ? ਹੁਣ ਟੈਕਸ ਦੀ ਡੈਡਲਾਈਨ ਆ ਰਹੀ ਹੈ ਨੇੜੇ, ਅਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਟੋਰਾਂਟੋ ਦਾ ਇੱਕ ਇਤਿਹਾਸਕ ਥੀਏਟਰ ਢਾਇਆ ਜਾ ਰਿਹਾ, ਕਿਉਂ ਢਾਇਆ ਜਾ ਰਿਹਾ ਉਹ ਗੱਲਬਾਤ ਕਰਾਂਗੇ। ਅਤੇ ਸਰੀ ਦੇ ਸਕੂਲਾਂ ਦੇ ਬੱਚੇ ਜਿਹੜੇ ਭੰਗੜੇ ਦੇ ਰਾਹੀਂ ਆਪਣੀ ਸਿਹਤ ਠੀਕ ਕਰ ਰਹੇ ਆ, ਬਣਾ ਰਹੇ ਆ, ਅਤੇ ਕੈਨੇਡਾ ਦੇ ਵਿੱਚ ਬਾਹਰਲੇ ਦੇਸ਼ਾਂ ਦੀ ਦਖਲਅੰਦਾਜ਼ੀ ਸੰਬੰਧੀ ਜਾਂਚ ਚੱਲ ਰਹੀ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਗੱਲਬਾਤ ਆਪਾਂ ਕਰਾਂਗੇ। ਸਭ ਤੋਂ ਪਹਿਲੀ ਗੱਲਬਾਤ ਜਿਹੜੀ ਕੱਲ੍ਹ ਦੀ ਚਰਚਾ ਦੇ ਵਿੱਚ ਆ ਉਹ BC ਦੇ ਵਿੱਚ BC ਦੀ ਸਰਕਾਰ ਕਈ ਮਿਲੀਅਨ ਡਾਲਰ ਇਨਵੈਸਟ ਕਰ ਰਹੀ ਹੈ ਅਪਗ੍ਰੇਡ ਕਰਨ ਦੇ ਲਈ ਜਿਹੜਾ 911 ਕਾਲਿੰਗ ਸਿਸਟਮ ਆ। ਇਹਦੇ ਤੋਂ ਬਾਅਦ ਜਿਹੜੀ ਲੋਕੇਸ਼ਨ ਟਰੈਕਿੰਗ ਹੋਊਗੀ ਕਾਲਰ ਦੀ, ਉਹ ਕਿੱਥੇ ਆਪਣੇ ਆਪ ਟਰੈਕ ਹੋ ਜਾਊਗਾ। ਟੈਕਸਟਿੰਗ ਹੋ ਸਕਦੀ ਹੈ ਉਹਨੂੰ ਐਮਰਜੈਂਸੀ ਦੇ ਦੌਰਾਨ। ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ ਸਾਡੇ ਮਾਈਕ ਫਾਰਨਵਰਥ, ਉਹ ਕਹਿੰਦੇ ਵੀ 150 ਮਿਲੀਅਨ ਦੀ ਇਨਵੈਸਟਮੈਂਟ ਇਹ ਸਿਸਟਮ ਨੂੰ ਅਪਗ੍ਰੇਡ ਕਰਾਂਗੇ ਕਿਉਂਕਿ ਸਿਸਟਮ ਬਹੁਤ ਪੁਰਾਣਾ ਹੋ ਗਿਆ। ਜਿਹੜਾ 911 ਸਿਸਟਮ ਆ ਇਹਨੂੰ ਜ਼ਿਆਦਾ ਕੰਪੈਟੀਬਲ ਬਣਾਇਆ ਜਾ ਰਿਹਾ ਜਿਹੜੀ ਹੁਣ ਦੀ ਟੈਕਨੋਲੋਜੀ ਆ ਉਹਦੇ ਨਾਲ। ਮਾਮਲਾ ਕੀ ਆ? ਜਿਹੜੇ ਡਿਵੈਲਪਡ ਕੰਟਰੀਜ਼ ਨੇ ਇਹਨਾਂ ਦੀ ਇੱਕ ਖਾਸ ਗੱਲ ਜਿਹਦੇ ਕਰਕੇ ਲੋਕ ਇੱਥੇ ਰਹਿਣਾ ਅਤੇ ਆਉਣਾ ਪਸੰਦ ਕਰਦੇ ਆ, ਉਹ ਇਹ ਆ ਕਿ ਇਹਨਾਂ ਦੇ ਵਿੱਚ ਐਮਰਜੈਂਸੀ ਦੇ ਵਿੱਚ ਹਰ ਵੇਲੇ ਤੁਹਾਡੇ ਕੋਲ ਸਹਾਇਤਾ ਉਪਲਬਧ ਹੁੰਦੀ ਆ। ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੋ ਗਈ, ਕਿਤੇ ਤੁਸੀਂ ਸੰਕਟ 'ਚ ਫਸ ਗਏ, ਕਿਸੇ ਸਮੱਸਿਆ ਦੇ ਵਿੱਚ ਫਸ ਗਏ, ਤੁਸੀਂ ਜਿਹੜਾ ਇਹ ਨੰਬਰ ਡਾਇਲ ਕਰ ਦਿੰਦੇ ਆ ਅਤੇ ਉਸੇ ਵੇਲੇ ਜਿਹੜੀ ਹੈਲਪ ਆ ਤੁਹਾਡੇ ਕੋਲ ਪਹੁੰਚ ਜਾਂਦੀ ਆ। ਹੋਇਆ ਕੀ ਪਿਛਲੇ ਸਮੇਂ ਦੇ ਵਿੱਚ, ਇਕੱਲੇ BC ਨਹੀਂ ਪੂਰੇ ਕੈਨੇਡਾ ਦੇ ਵਿੱਚ ਕਾਲ ਤੁਸੀਂ 911 ਕਰ ਰਹੇ ਹੋ ਪਰ ਆਉਂਦਾ ਕੋਈ ਨਹੀਂ। ਕਈ ਵਾਰੀ ਜਦੋਂ ਸਾਲ ਕੁ ਪਹਿਲਾਂ ਜਿਹੜੀ ਹੀਟ ਵੇਵ ਆਈ ਸੀ, ਉਸ ਹੀਟ ਵੇਵ ਦੇ ਵਿੱਚ ਲੋਕਾਂ ਨੇ ਇੰਨੀਆਂ ਕਾਲਾਂ ਕੀਤੀਆਂ ਵੀ ਕੋਈ ਵੀ ਨਹੀਂ ਆਇਆ, ਅਤੇ ਕਈ ਕੇਸਿਸ ਦੇ ਵਿੱਚ ਦੱਸਦੇ ਆ ਕਿ ਲੋਕਾਂ ਦੀ ਮੌਤ ਵੀ ਹੋ ਗਈ ਸੀ। ਅਤੇ ਕਈ ਥਾਵਾਂ ਦੇ ਉੱਤੇ ਜਦੋਂ ਉਹ ਗੱਲਬਾਤ ਪੂਰੀ ਹੋ ਜਾਂਦੀ ਫਿਰ ਜਿਹੜੀ ਸਰਵਿਸ ਆ ਉੱਥੇ ਹੈਲਪ ਉਹ ਪਹੁੰਚਦੀ ਆ। ਹੁਣ ਇਹਦੇ ਉੱਤੇ ਬੜੇ ਸਵਾਲ ਉੱਠ ਰਹੇ ਸੀ ਅਤੇ ਉਹਨੂੰ ਹੁਣ ਠੀਕ ਠਾਕ ਸਰਕਾਰ ਕਰਨ ਦਾ ਯਤਨ ਕਰ ਰਹੀ ਹੈ। ਜਿਹੜੇ ਈਕਾਮ 911 ਦੇ CEO ਆ, ਜਿਹੜੇ ਅਸਲ 'ਚ ਬ੍ਰਿਟਿਸ਼ ਕੋਲੰਬੀਆ ਦੀਆਂ ਬਹੁਤ ਸਾਰੀਆਂ ਜਿਹੜੀਆਂ ਐਮਰਜੈਂਸੀ ਕਾਲਸ ਨੂੰ ਹੈਂਡਲ ਕਰਦੇ ਆ, ਉਹਨਾਂ ਨੇ ਇਹ ਕਿਹਾ ਜਿਹੜੀ ਕਿ ਫੰਡਿੰਗ ਆ ਉਹ ਗੇਮ ਚੇਂਜਰ ਹੋਊਗੀ ਪਬਲਿਕ ਸੇਫਟੀ ਏਜੰਸੀ ਦੇ ਲਈ। ਇਹ ਵੀ ਉਹ ਕਹਿੰਦੇ ਆ ਕਿ ਜਿਹੜੇ ਓਪਰੇਟਰ ਆ ਉਹ ਟਰੈਕ ਕਰ ਸਕਦੇ ਆ ਤੁਹਾਡੀ ਲੋਕੇਸ਼ਨ, ਤੁਸੀਂ ਜਿੱਥੋਂ ਕਾਲ ਕੀਤੀ, ਤੁਸੀਂ ਕਿੱਥੋਂ ਕਾਲ ਆਈ ਆ, ਉਹਨੂੰ ਜ਼ਿਆਦਾ ਪ੍ਰਸਾਈਜ਼ਲੀ ਟਰੈਕ ਕਰ ਸਕਦੇ ਆ। ਦੂਜਾ, ਟੈਕਸਟ ਰਿਸੀਵ ਕਰ ਸਕਦੇ ਆ ਐਮਰਜੈਂਸੀ ਦੇ ਵਿੱਚ, ਮੈਸੇਜ ਕਰ ਸਕਦੇ ਹੋ ਤੁਸੀਂ। ਜਾਂ ਜਿਹੜੀਆਂ ਨਵੀਆਂ ਆਪਸ਼ਨਸ ਨੇ, ਲੋਕਾਂ ਦੀ ਜਿਹੜੀ ਮੈਂਟਲ ਹੈਲਥ ਦੀ ਸਪੋਰਟ ਚਾਹੀਦੀ ਆ, ਉਹਨਾਂ ਨਵੀਆਂ ਆਪਸ਼ਨ ਦੇ ਨਾਲ ਉਹਨਾਂ ਦੀ ਮਦਦ ਹੋ ਸਕਦੀ ਹੈ। ਮਤਲਬ ਜੋ ਹੁਣ ਦੁਨੀਆ ਦੀ ਟੈਕਨੋਲੋਜੀ ਵਿੱਚ ਹੋ ਰਿਹਾ ਉਹ 911 ਦੇ ਉੱਤੇ ਵੀ ਸਿਰਫ ਇੱਕ ਫੋਨ ਕਾਲ ਹੀ ਨਹੀਂ ਬਣ ਕੇ ਰਹਿ ਗਈ, ਉਹਦੇ ਤੋਂ ਅੱਗੇ ਚਲੇ ਜਾਊਗੀ। ਹੁਣ ਤੱਕ ਕੀ ਸੀ ਕਿ ਲੋਕਲ ਸਰਕਾਰ ਮੇਨ ਫੰਡਰ ਸੀ 911 ਦੀ, ਬਹੁਤੀ ਫੰਡਿੰਗ 911 ਸਰਵਿਸ ਦੀ ਜਿਹੜੀ ਆ ਉਹ ਲੋਕਲ ਸਰਕਾਰ ਵੱਲੋਂ ਆਉਂਦੀ ਸੀ। ਅਤੇ ਦੂਜਾ, ਹੁਣ ਇਹਨਾਂ ਦੇ CEO ਜਿਹੜੇ ਈਕਾਮ ਦੇ, ਉਹ ਕਹਿ ਰਹੇ ਆ ਕਿ ਜਿਹੜੀਆਂ ਫਾਈਨੈਂਸ਼ੀਅਲ ਕਾਸਟ ਆ ਇਸ ਵੇਲੇ ਅਤੇ ਹੋਰ ਸ਼ਹਿਰਾਂ ਅਤੇ ਮਿਊਨਸੀਪੈਲਿਟੀਜ਼ ਦੇ ਵਿੱਚ ਆ, ਉਹ ਵੀ ਇਹਦਾ ਕਿਤੇ ਨਾ ਕਿਤੇ ਗੱਲਬਾਤ ਚੱਲਦੀ ਹੈ। ਜਿਹੜੇ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਕਮਿਸ਼ਨ ਆ, ਜਿਹਨੂੰ ਆਪਾਂ CRTC ਆਮ ਤੌਰ ਦੇ ਉੱਤੇ ਕਹਿੰਦੇ ਆ, ਉਹਨਾਂ ਨੇ ਇਹ ਮੈਂਡੇਟ ਕਰ ਦਿੱਤਾ ਕਿ ਅਗਲੇ ਜਨਰੇਸ਼ਨ ਦੀ ਜਿਹੜੀ ਟੈਕਨੋਲੋਜੀ ਆ ਉਹ ਲਾਈ ਜਾਵੇ ਇੱਥੇ। CRTC ਨੇ ਇਹਨੂੰ ਮੈਂਡੇਟਰੀ ਕਰ ਦਿੱਤਾ ਅਤੇ ਔਰ 2025 ਮਾਰਚ ਤੱਕ ਇਹਨੂੰ ਠੀਕ ਠਾਕ ਕਰਨਾ ਪਊਗਾ ਸਾਰੇ ਨੂੰ। ਈਕਾਮ ਜਿਹੜਾ ਆ ਉਹਦੇ ਕੋਲ ਸਟਾਫ ਸ਼ਾਰਟੇਜ ਆ, ਬੰਦੇ ਹੈ ਨਹੀਂ। 911 ਦੇ ਵਿੱਚ ਇੱਕ ਵੱਡਾ ਦਿੱਕਤ ਸਟਾਫ ਵੀ ਆਉਂਦਾ। ਅਲਬਰਟਾ ਦੇ ਵਿੱਚ ਜਦੋਂ ਇਹਨਾਂ ਨੇ ਨਵੀਆਂ ਐਂਬੂਲੈਂਸਿਸ ਲਈਆਂ ਸੀ ਸਾਡੇ ਗੁਆਂਢੀ ਸੂਬੇ ਦੇ ਵਿੱਚ, ਤਾਂ ਉਹ ਕਹਿੰਦੇ ਸੀ ਵੀ ਜਿਹੜੀਆਂ ਤੁਸੀਂ ਐਂਬੂਲੈਂਸਿਸ ਤਾਂ ਲੈ ਲਈਆਂ, ਬੰਦੇ ਕਿੱਥੋਂ ਲਿਆਉਣੇ ਆ? ਐਂਬੂਲੈਂਸਿਸ ਚਲਾਉਣ ਲਈ ਤਾਂ ਬੰਦੇ ਤਾਂ ਹੈ ਨਹੀਂ। ਲਗਭਗ ਉੱਦਾਂ ਦੀ ਸਮੱਸਿਆ ਇੱਥੇ ਆ ਵੀ ਤੁਸੀਂ ਸਿਸਟਮ ਨੂੰ ਅਪਗ੍ਰੇਡ ਕਰ ਦੋਗੇ, ਜੋ ਮਰਜ਼ੀ ਕਰ ਦਿਓ, ਪਰ ਅਲਟੀਮੇਟਲੀ ਉਹਨੂੰ ਚਲਾਉਣਾ ਤਾਂ ਬੰਦਿਆਂ ਨੇ ਅਤੇ ਸਟਾਫ ਹੈ ਨਹੀਂ। ਸਟਾਫ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਕਈ ਫੀਲਡ ਦੇ ਵਿੱਚ ਹੈ ਨਹੀਂ ਜਿਹਦੀ ਘਾਟ ਆ। ਅਤੇ ਹੁਣ
ਟੈਕਨੋਲੋਜੀ ਨੂੰ ਅਪਗ੍ਰੇਡ ਕਰਕੇ ਤੇ ਉਹਦੇ ਵਿੱਚ ਸਟਾਫ ਨੂੰ ਭਰਤੀ ਕਰਕੇ ਉਸੇ ਥਾਂ ਦੇ ਉੱਤੇ ਇਹ ਸਾਰਾ ਕੁਝ ਇੱਕ ਮਤਲਬ ਨਵੀਂ ਚੀਜ਼ ਜਿਹੜੀ ਆ ਉਹ ਇੱਥੇ ਲਿਆਂਦੀ ਜਾ ਰਹੀ ਆ। ਇਹਦਾ ਕੁਦਰਤੀ ਆ ਕਿ ਡਿਫਰੈਂਸ ਹੋਊਗਾ ਸਟਾਫਿੰਗ ਰਿਕੁਆਇਰਮੈਂਟ ਨੂੰ ਵੀ। ਸਟਾਫਿੰਗ ਪ੍ਰੈਸ਼ਰ ਸਭ ਤੋਂ ਵੱਡਾ ਚੈਲੰਜ ਈ-ਕਾਮ ਦੇ ਉੱਤੇ ਆ ਤੇ ਜਾਂ ਦੂਜੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਆ। ਸੋ ਚਾਹੇ ਫਸਟ ਰਿਸਪੋਂਡੈਂਟ ਨੇ ਜਾਂ ਕੋਈ ਹੋਰ ਆ, ਇਹਨਾਂ ਦੇ ਉੱਤੇ ਇੱਕ ਵੱਡਾ ਪ੍ਰੈਸ਼ਰ ਇਸ ਵੇਲੇ ਇਹ ਦੱਸਿਆ ਜਾ ਰਿਹਾ। BC ਸੈਂਚ ਦੇ ਵਿੱਚ ਉਹਨਾਂ ਨੇ ਜਿਹੜਾ ਫਾਇਰ ਹਾਲ ਨੰਬਰ 1 ਆ ਉੱਥੇ ਇਹ ਗੱਲਬਾਤ ਦੱਸੀ ਆ। ਉਹ ਕਹਿੰਦੇ ਸਾਨੂੰ ਇੱਕ ਫੰਡਾਮੈਂਟਲ ਪਲੇਟਫਾਰਮ ਜਿਹੜਾ ਬਣ ਰਿਹਾ ਹੈ ਜਿਹਦੇ ਉੱਤੇ ਕਈ ਨਾ ਕੋਈ ਸੋਲੂਸ਼ਨ ਜਿਹੜਾ ਮਿਲ ਸਕਦਾ ਹੈ ਜਿਹੜੇ ਕ੍ਰਾਈਸਿਸ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਇਹ ਇੱਕ ਬਹੁਤ ਵੱਡਾ ਸੰਕਟ ਕੈਨੇਡਾ ਦਾ ਕਿ ਤੁਸੀਂ 911 ਕਾਲ ਕਰਦੇ ਆ ਤਾਂ ਉੱਥੇ ਤੁਹਾਡੇ ਕੋਲ ਸਹਾਇਤਾ ਪਹੁੰਚਦੀ ਨਹੀਂ, ਜੇ ਪਹੁੰਚਦੀ ਆ ਤਾਂ ਦੇਰੀ ਦੇ ਨਾਲ ਪਹੁੰਚਦੀ ਆ। ਇਹਦਾ ਹੱਲ ਕਰਨ ਦੇ ਲਈ ਇਹ ਕੁਛ ਕੀਤਾ ਜਾ ਰਿਹਾ। ਅਗਲੀ ਗੱਲਬਾਤ ਦੋਸਤੋ, ਇੰਡੀਗੋ ਕੰਪਨੀ ਨੇ ਇੱਕ ਅੱਜ ਜਾਣਕਾਰੀ ਦਿੱਤੀ ਆ। ਸਾਈਬਰ ਸਿਕਿਉਰਿਟੀ ਬ੍ਰੀਚ ਉਹਨਾਂ ਦੇ ਵਿੱਚ ਹੋਈ ਸੀ ਪਿਛਲੇ ਮਹੀਨੇ, ਤੇ ਜਿਹਦੇ ਵਿੱਚ ਜਿਹੜਾ ਟੂਲ ਜਿਹੜਾ ਦੱਸਿਆ ਜਾ ਰਿਹਾ ਜਿਹੜਾ ਸੀਗਾ ਉਹ ਲੌਕਬਿਟ, ਜਿਹਨੂੰ ਮਤਲਬ ਇੱਕ ਗਰੁੱਪ ਜਿਹੜਾ ਬਣਾ ਰਿਹਾ ਸੀ ਉਸੇ ਤਰ੍ਹਾਂ ਦਾ ਜਿਹਦੀਆਂ ਰਸ਼ੀਆ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਟਾਈਜ਼ ਦੱਸੀਆਂ ਜਾ ਰਹੀਆਂ। ਇੰਡੀਗੋ ਇੱਕ ਬਹੁਤ ਵੱਡਾ ਇੱਥੇ ਦਾ ਕਿਤਾਬਾਂ ਦਾ ਮਤਲਬ ਉਹ ਜਿਹੜੀ ਉਹਨਾਂ ਦਾ ਕੰਮ ਆ, ਤੇ ਜਿਹੜੇ ਉੱਥੇ ਬੁੱਕਸ ਹਰ ਤਰ੍ਹਾਂ ਦੀਆਂ ਉਪਲਬਧ ਹੁੰਦੀਆਂ, ਲੋਕ ਖਰੀਦਦੇ ਆ। ਉਹਨਾਂ ਦਾ ਜਿਹੜਾ ਸਿਸਟਮ ਸੀ ਉਹ ਸਾਰਿਆਂ ਨੂੰ ਹੈਕ ਕਰ ਲਿਆ ਸੀ ਇੱਕ ਗਰੁੱਪ ਨੇ, ਤੇ ਹੁਣ ਇਹ ਕਹਿੰਦੇ ਵੀ ਉਸ ਗਰੁੱਪ ਦਾ ਸੰਬੰਧ ਕਿਤੇ ਨਾ ਕਿਤੇ ਰੂਸ ਦੇ ਨਾਲ ਦੱਸਿਆ ਜਾ ਰਿਹਾ ਹੈ। ਜਿਹੜੀ ਅੱਜ ਵੀਰਵਾਰ ਸਵੇਰੇ ਉਹਨਾਂ ਨੇ ਸਟੇਟਮੈਂਟ ਸਾਹਮਣੇ ਲਿਆਂਦੀ ਆ ਕਿ ਉਹ ਕਹਿੰਦੇ ਸਾਡਾ ਸਿਸਟਮ ਜਿਹੜਾ ਸੀ ਇਹਨੂੰ ਇਲੀਗਲੀ ਐਕਸੈਸ ਕੀਤਾ ਗਿਆ ਫਰਵਰੀ ਦੇ ਵਿੱਚ, ਫਰਵਰੀ 8 ਨੂੰ, ਤੇ ਇੱਕ ਜਿਹੜਾ ਗਰੁੱਪ ਆ ਪੂਰੇ ਦਾ ਪੂਰਾ ਕ੍ਰਿਮੀਨਲਸ ਦਾ ਜਿਹੜਾ ਇੱਕ ਲੌਕਬਿਟ ਟੂਲ ਯੂਜ਼ ਕਰ ਰਿਹਾ ਸੀ, ਤੇ ਉਹੀ ਉਹਨਾਂ ਨੇ ਕਹਿੰਦੇ ਸਾਰਾ ਡਾਟਾ ਤੇ ਹੋਰ ਚੀਜ਼ਾਂ ਡਾਰਕ ਵੈਬ ਦੇ ਉੱਤੇ ਕਰਨ ਦੇ ਲਈ ਇਹ ਯੂਜ਼ ਕੀਤਾ ਸੀ। ਹੁਣ ਮਾਮਲਾ ਕੀ ਆ ਕਿ ਕੁਝ ਬੰਦੇ ਆ ਉਹ ਤੁਹਾਡੀ ਕੰਪਨੀ ਦੇ ਕੰਪਿਊਟਰ ਹੈਕ ਕਰ ਲੈਂਦੇ ਮਤਲਬ ਤੁਹਾਡੇ ਕੰਪਿਊਟਰ ਆਪਣੇ ਕਾਬੂ ਦੇ ਵਿੱਚ ਕਰ ਲੈਂਦੇ ਆ ਇੰਟਰਨੈਟ ਦੇ ਥਰੂ। ਹੁਣ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਤੇ ਫਿਰ ਉਹ ਪੈਸੇ ਮੰਗਦੇ ਆ ਵੀ ਸਾਨੂੰ ਇੰਨੇ ਪੈਸੇ ਦਿਓ ਤਾਂ ਤੁਹਾਡੇ ਕੰਪਿਊਟਰ ਅਸੀਂ ਜਿਹੜੇ ਫ੍ਰੀ ਕਰਾਂਗੇ, ਤੇ ਜਾਂ ਤੁਸੀਂ ਆਪਣਾ ਕੰਮ ਤਾਂ ਸਹੀ ਕਰ ਸਕਦੇ ਆ। ਤੇ ਅੱਜ ਇੰਡੀਗੋ ਨੇ ਇਹ ਵੀ ਦੱਸਿਆ, ਉਹ ਕਹਿੰਦੇ ਵੀ ਅਸੀਂ ਰਿਫਿਊਜ਼ ਕਰ ਦਿੱਤਾ ਕੋਈ ਵੀ ਰੈਂਸਮ ਜਿਹੜਾ ਉਹ ਪੇ ਕਰਨ ਦੇ ਲਈ, ਤੇ ਅਸੀਂ ਲਗਾਤਾਰ ਕੰਮ ਕੀਤਾ ਹੈ ਕੈਨੇਡੀਅਨ ਪੁਲਿਸ ਸਰਵਿਸਿਜ਼ ਦੇ ਨਾਲ, FBI ਦੇ ਨਾਲ, ਅਮਰੀਕਾ ਦੇ ਵਿੱਚ, ਕਿ ਅਸੀਂ ਕੰਮ ਕਰਕੇ ਤਾਂ ਇਹਦਾ ਹੱਲ ਕੀਤਾ ਹੈ ਔਰ ਲਗਾਤਾਰ ਅਸੀਂ ਉਹਨਾਂ ਦੇ ਨਾਲ ਆ। ਬਜਾਏ ਇਹਦੇ ਕਈ ਵਾਰੀ ਇਹ ਜਿਹੜੇ ਬੰਦੇ ਨੇ ਜਿਹੜੇ ਤੁਹਾਡਾ ਹੈਕ ਕਰਦੇ ਆ ਕੰਪਿਊਟਰਸ, ਇਹਨਾਂ ਨੂੰ ਪੈਸੇ ਦੇਣੇ ਲੋੜ ਬਣ ਜਾਂਦੀ ਹੈ, ਇਹ ਛੱਡਦੇ ਹੀ ਨਹੀਂ ਉੱਦਾਂ। ਤੁਹਾਡੇ ਕੋਲੇ ਹੱਲ ਕੋਈ ਨਹੀਂ। ਅਮਰੀਕਾ ਦੀ ਸਰਕਾਰ ਤੱਕ ਨੂੰ ਵੀ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੂੰ ਪੈਸੇ ਦੇਣੇ ਪਏ ਆ ਆਪਣੇ ਸਿਸਟਮ ਨੂੰ ਛਡਾਉਣ ਦੇ ਲਈ। ਇੰਨੇ ਜਿਹੜੇ ਇਹ ਮਤਲਬ ਸ਼ਾਤਰ ਨੇ ਕਿ ਇਸ ਤਰ੍ਹਾਂ ਤੁਹਾਡੇ ਕੰਪਿਊਟਰ ਨੂੰ ਹੈਕ ਕਰਦੇ। ਪਰ ਅੱਜ ਇੰਡੀਗੋ ਨੇ ਜਿਹੜੀ ਜਾਣਕਾਰੀ ਦਿੱਤੀ ਆ ਉਹ ਕਹਿੰਦੇ ਵੀ ਅਸੀਂ ਕੋਈ ਵੀ ਇਹਨਾਂ ਨੂੰ ਪੈਸਾ ਨਹੀਂ ਦਿੱਤਾ, ਤੇ ਇਹਦੇ ਨਾਲ ਵੀ ਕਹਿੰਦੇ ਹੁਣ ਜਿਹੜੀ ਰੈਂਸਮ ਪੇਮੈਂਟ ਆ ਕੋਈ ਇਹ ਤਾਂ ਹੈ ਨਹੀਂ ਕਿ ਇੱਕ ਵਾਰੀ ਤੁਸੀਂ ਦਿੱਤੀ, ਤੇ ਉਹ ਕਹਿੰਦੇ ਅਸੀਂ ਇਹ ਨਹੀਂ ਚਾਹੁੰਦੇ ਵੀ ਇਹ ਅਲਟੀਮੇਟਲੀ ਜਾ ਕੇ ਕਿਸੇ ਟੈਰਰਿਸਟ ਗਰੁੱਪ ਦੇ ਹੱਥਾਂ ਦੇ ਵਿੱਚ ਸਾਡਾ ਪੈਸਾ ਜਾਵੇ, ਤੇ ਅਸੀਂ ਉਹ ਕਹਿੰਦੇ ਇਹ ਪੇ ਨਾ ਕੀਤਾ ਤੇ ਨਾ ਕਰਾਂਗੇ, ਤੇ ਨਾ ਸਾਡੇ ਕੋਲ ਕੋਈ ਹੁਣ ਇਸ ਵੇਲੇ ਕਹਿੰਦੇ ਕਸਟਮਰ ਦਾ ਰਿਸਕ ਆ, ਕਿਉਂਕਿ ਇਹ ਜਿਹੜਾ ਅਟੈਕ ਹੋਇਆ ਸੀ ਕਸਟਮਰ ਦੇ ਉੱਤੇ ਵੀ ਕੋਈ ਰਿਸਕ ਨਹੀਂ ਹੈ। ਸਾਈਬਰ ਸਿਕਿਉਰਿਟੀ ਅਟੈਕ ਇੰਡੀਗੋ ਦੇ ਆਨਲਾਈਨ ਸਟੋਰ ਦੇ ਉੱਤੇ, ਤੇ ਇਨ ਸਟੋਰ ਜਿਹੜੀ ਇਲੈਕਟ੍ਰੋਨਿਕ ਪੇਮੈਂਟ ਸਿਸਟਮ ਸੀ ਉਹ ਆਫਲਾਈਨ, ਜਿਹੜੀ ਕੰਪਨੀ ਦੀ ਇਨ ਸਟੋਰ ਪੇਮੈਂਟ ਸਿਸਟਮ ਆ ਉਹ ਰੀਸਟੋਰ ਕਰ ਲਿਆ ਸੀ ਕੁਛ ਦਿਨਾਂ ਬਾਅਦ ਹੀ। ਇੰਡੀਗੋ ਨੇ ਇਹ ਦੱਸਿਆ ਸੀ ਕਿ ਉਹਨੇ ਇੱਕ ਟੈਂਪਰੇਰੀ ਵੈਬਸਾਈਟ ਬਣਾ ਲਈ ਸੀ ਜਿਹੜੀ ਸਿਰਫ ਬਰਾਊਜ਼ਿੰਗ ਹੀ ਅਲਾਓ ਕਰਦੀ ਸੀ। FBI ਨੇ ਲੌਕਬਿਟ ਨੂੰ ਦੱਸਿਆ ਕਿ ਇਹ ਇੱਕ ਸਭ ਤੋਂ ਜ਼ਿਆਦਾ ਐਕਟਿਵ ਤੇ ਡਿਸਟਰਕਟਿਵ ਰੈਂਸਮਵੇਅਰ ਵੇਰੀਐਂਟ ਆ ਦੁਨੀਆ ਦੇ ਵਿੱਚ। FBI ਨੇ ਇਹਨੂੰ ਜਿਹੜਾ ਇਹਨਾਂ ਦੇ ਸੀਗਾ ਲੌਕਬਿਟ ਆ ਜਿਹੜਾ ਇਹਨਾਂ ਦੇ ਯੂਜ਼ ਕੀਤਾ ਗਿਆ, ਇਹ ਕਹਿੰਦੇ ਦੁਨੀਆ ਦਾ ਸਭ ਤੋਂ ਖਤਰਨਾਕ ਦੱਸਿਆ ਜਾ ਰਿਹਾ ਹੈ। 2020 ਤੋਂ ਬਾਅਦ ਇਹਨੇ ਕਈ ਕੁਛ ਹੈਕ ਕੀਤਾ, ਤੇ ਲਗਭਗ ਇੱਦਾਂ ਇੰਡੀਗੋ ਵਰਗੀਆਂ 1000 ਆਰਗੇਨਾਈਜੇਸ਼ਨ ਦੇ ਉੱਤੇ ਕੈਨੇਡਾ ਅਮਰੀਕਾ ਦੇ ਵਿੱਚ ਹਮਲਾ ਕਰ ਚੁੱਕਾ ਤੇ ਉਹਨੂੰ ਹੈਕ ਕਰ ਚੁੱਕਾ। ਜਿਹੜੀ ਲੌਕਬਿਟ ਦੀ ਕੈਨੇਡੀਅਨ ਟਾਰਗੇਟ ਹੈਗੇ ਆ, ਇਹਦੇ ਵਿੱਚ ਸਿੱਖ ਕਿਡਸ ਹਸਪੀਟਲ ਟੋਰਾਂਟੋ ਦੇ ਵਿੱਚ ਉਹਦਾ ਸਾਰੇ ਦਾ ਸਾਰਾ ਇਹਨਾਂ ਨੇ ਹੈਕ ਕਰ ਲਿਆ ਸੀ। ਮਿਊਨਿਸਪੈਲਿਟੀਜ਼ ਕਈ ਮਤਲਬ ਸੇਂਟ ਮੈਰੀਜ਼ ontario ਦੇ ਵਿੱਚ, ਇਸੇ ਤਰ੍ਹਾਂ ਜਿਹੜਾ ਵੈਸਟਮਾਊਂਟ ਕੁਬੈਕ ਦੇ ਵਿੱਚ ਨਵੰਬਰ 2022 ਦੇ ਵਿੱਚ FBI ਨੇ ਇੱਕ ਅਰੈਸਟ ਕੀਤੀ ਸੀ ਮਿਖਨੇਲ ਵੈਸਲੇਵ ਦੀ, ਜਿਹੜਾ ਰਸ਼ੀਅਨ ਕੈਨੇਡੀਅਨ ਡਿਊਲ ਸਿਟੀਜ਼ਨ ਆ, ਤੇ ਉਹਦੇ ਉੱਤੇ ਇਹ ਦੋਸ਼ ਲੱਗੇ ਸੀ ਵੀ ਉਹ ਲੌਕਬਿਟ ਦੀ ਕੈਂਪੇਨ ਦੇ ਵਿੱਚ ਕਿਤੇ ਨਾ ਕਿਤੇ ਸ਼ਾਮਲ ਆ,
ਤੇ ਉਹ ਇਸ ਚੀਜ਼ ਦੇ ਉੱਤੇ ਜਿਹੜਾ ਜ਼ਿਆਦਾ ਕੰਮ ਕਰ ਰਹੇ ਆ। ਤੇ ਪਰ ਇੰਡੀਗੋ ਨੇ ਜਿਹੜੀ ਗੱਲਬਾਤ ਦੱਸੀ ਹੈ ਕਿ ਅਸੀਂ ਕੋਈ ਵੀ ਪੈਸਾ ਨਹੀਂ ਦਿੱਤਾ ਤੇ ਅਸੀਂ ਸੇਫ ਆ। ਕਾਫੀ ਸਾਰੇ ਖੁਲਾਸੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਅੱਜ ਸਾਹਮਣੇ ਲਿਆਂਦੇ ਆ। ਅਗਲੀ ਗੱਲਬਾਤ ਦੋਸਤੋ ਘਰਾਂ ਦੀ ਮਾਰਕੀਟ ਬਾਰੇ। ਘਰਾਂ ਦੀ ਮਾਰਕੀਟ ਇਸ ਵੇਲੇ ਚਰਚਾ ਦੇ ਵਿੱਚ ਹੈ। ਜਿੱਦਾਂ ਤੁਸੀਂ ਜਾਣਦੇ ਆ ਲੋਕਾਂ ਦੇ ਕੋਲ ਪੈਸੇ ਨਹੀਂ ਹੈ ਘਰ ਖਰੀਦਣ ਲਈ, ਉਹਨਾਂ ਦੀ ਮੌਰਗੇਜ ਅਪਰੂਵ ਨਹੀਂ ਹੁੰਦੀ। ਉਹਦਾ ਕਾਰਨ ਕੀ ਹੈ ਕਿ ਇੰਟਰਸਟ ਰੇਟ ਜ਼ਿਆਦਾ ਆ। ਜਿਹੜਾ 2 ਸਾਲ ਪਹਿਲਾਂ ਬੰਦਾ ਜਿੰਨੀ ਆਮਦਨ ਦੇ ਨਾਲ ਐਲੀਜੀਬਲ ਸੀ, ਜਿਹੜਾ 10 ਲੱਖ ਦੇ ਲਈ ਜਾਂ ਮਿਲੀਅਨ ਦੇ ਲਈ, ਉਹ ਇਸ ਵੇਲੇ 6 ਲੱਖ ਦੇ ਲਈ ਐਲੀਜੀਬਲ ਰਹਿ ਗਿਆ ਹੈ। ਇੱਕ ਟ੍ਰੈਂਡ ਵੱਖਰੇ ਵੱਖਰੇ ਦੇਖਣ ਨੂੰ ਮਿਲਦੇ ਆ ਇਹਦੇ ਵਿੱਚ। ਇੱਕ ਟ੍ਰੈਂਡ ਹੁਣ ਇਹ ਨਜ਼ਰ ਆ ਰਿਹਾ, ਜਿਹੜੇ ਦੱਸਦੇ ਆ ਕਿ ਲੋਕ ਆਮ ਤੌਰ 'ਤੇ ਘਰ ਖਰੀਦਣ ਦਾ ਇੱਕ ਪ੍ਰੋਸੈਸ ਹੁੰਦਾ। ਪ੍ਰੋਸੈਸ ਦੇ ਤਹਿਤ ਤੁਸੀਂ ਪਹਿਲਾਂ ਇੱਕ ਰੀਅਲਟਰ ਨੂੰ ਚੁਣਦੇ ਆ। ਤੁਹਾਡਾ ਇੱਕ ਰੀਅਲਟਰ ਹੁੰਦਾ, ਰੀਅਲਟਰ ਤੁਹਾਨੂੰ ਘਰ ਲੱਭ ਕੇ ਦਿੰਦਾ ਕਿ ਇਸ ਥਾਂ ਦੇ ਉੱਤੇ ਘਰ ਅਵੇਲੇਬਲ ਆ। ਜਾਂ ਤੁਸੀਂ ਕਹਿੰਦੇ ਹੋ ਕਿ ਮੈਨੂੰ 1 ਮਿਲੀਅਨ ਦਾ ਘਰ ਚਾਹੀਦਾ, ਉਹ ਰੀਅਲਟਰ ਤੁਹਾਨੂੰ ਦੱਸ ਦਿੰਦਾ ਵੀ ਆਹ 9 ਲੱਖ ਦਾ ਆ, 11 ਲੱਖ ਦਾ ਆ, ਤੇ ਆਹ ਤੁਹਾਡੇ ਲਈ ਠੀਕ ਆ। ਫਿਰ ਜਿਹੜਾ ਘਰ ਜਿਹਨੇ ਘਰ ਵੇਚਣਾ ਹੁੰਦਾ ਉਹਨੇ ਇੱਕ ਰੀਅਲਟਰ ਹਾਇਰ ਕੀਤਾ ਹੁੰਦਾ ਤੇ ਉਹ ਰੀਅਲਟਰ ਉਹਦੇ ਨਾਲ ਗੱਲ ਕਰਦਾ ਆ। ਤੁਸੀਂ ਉਹ ਜਿਹਦਾ ਘਰ ਹੁੰਦਾ ਉਹਦੇ ਨਾਲ ਕਦੇ ਵੀ ਗੱਲ ਨਹੀਂ ਕਰਦੇ ਸਿੱਧੀ, ਤੁਸੀਂ ਸਿਰਫ ਆਪਣੇ ਰੀਅਲਟਰ ਨਾਲ ਗੱਲ ਕਰਦਾ, ਉਹ ਰੀਅਲਟਰ ਦੂਜੇ ਰੀਅਲਟਰ ਨਾਲ ਡੀਲ ਕਰਦਾ ਤੇ ਉੱਥੇ ਹੀ ਸਾਰਾ ਸੌਦਾ ਹੋ ਜਾਂਦਾ ਤੇ ਤੁਸੀਂ ਘਰ ਦੇ ਵਿੱਚ ਦਾਖਲ ਹੋ ਜਾਂਦੇ ਆ। ਤੇ ਜਿਹੜਾ ਘਰ ਵੇਚਣ ਵਾਲਾ ਹੁੰਦਾ ਉਹ ਘਰ ਖਰੀਦਣ ਵਾਲੇ ਨੂੰ ਕਦੇ ਵੀ ਆਮੋ ਸਾਹਮਣੇ ਮਿਲਦਾ ਨਹੀਂ। ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੁੰਦੀ, ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ। ਸਾਰਾ ਲਿਖ ਤੇ ਲਿਖਾਈ ਆ ਜਾਂ ਜੋ ਵੀ ਤੁਸੀਂ ਪਹਿਲਾਂ ਡੇਟਸ ਸੈੱਟ ਕਰਨੀ ਆ ਜਾਂ ਸਾਰਾ ਕੁਝ ਕਰਨਾ, ਉਹਦੀ ਕਦੋਂ ਕੰਪਲੀਸ਼ਨ ਹੋਣੀ ਆ, ਕਦੋਂ ਤੁਸੀਂ ਉਹ ਕਰ ਰਹੇ ਹੋ, ਉਹ ਸਾਰਾ ਕੁਝ ਰੀਅਲਟਰ ਕਰਦਾ। ਤੁਹਾਡਾ ਰੀਅਲਟਰ ਤੇ ਉਹਨੂੰ ਸਾਰੇ ਇਸ ਪ੍ਰੋਸੈਸ ਦਾ ਪਤਾ ਹੁੰਦਾ। ਪਰ ਪਤਾ ਇਹ ਲੱਗ ਰਿਹਾ ਕਿ ਇਹ ਵੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਰੀਅਲਟਰ ਦੇ ਥਰੂ ਹੀ ਕਰੋ, ਤੁਸੀਂ ਸਿੱਧਾ ਵੀ ਘਰ ਖਰੀਦ ਸਕਦੇ ਆ। ਕਿ ਤੁਹਾਨੂੰ ਜਿਹੜਾ ਸਿੱਧਾ ਤੁਸੀਂ ਕਿਸੇ ਦੇ ਕੋਲ ਜਾ ਕੇ ਜਿਹੜੀ ਪ੍ਰਾਈਵੇਟ ਲਿਸਟਿੰਗ ਆ ਏਰੀਆ ਦੇ ਵਿੱਚ ਉਹ ਦੇਖ ਸਕਦੇ ਆ ਤੇ ਉਹ ਘਰ ਨੂੰ ਖਰੀਦ ਸਕਦੇ ਆ। ਇਹਦੇ ਨਾਲ ਕੀ ਹੁੰਦਾ ਕਿ ਤੁਸੀਂ ਕਿਸੇ ਨੂੰ ਮਿਲਦੇ ਆ, ਉਹਦੇ ਘਰ ਦੇ ਉੱਤੇ ਦੇਖਦੇ ਆ। ਵੈਸੇ ਵੀ ਤੁਸੀਂ ਰੀਅਲਟਰ ਦੇ ਥਰੂ ਵੀ ਘਰ ਨੂੰ ਦੇਖਦੇ ਆ, ਪਰ ਫਿਰ ਵੀ ਕੁਝ ਲੋਕ ਇਸ ਗੱਲ ਨੂੰ ਪਸੰਦ ਕਰਦੇ ਵੀ ਅਸੀਂ ਸਿੱਧੇ ਘਰ ਦੇ ਮਾਲਕ ਨੂੰ ਮਿਲੀਏ, ਮਾਲਕ ਨੂੰ ਮਿਲ ਕੇ ਉਹਨੂੰ ਆਫਰ ਦੇ ਦਈਏ ਕਿ ਤੁਸੀਂ ਮਿਲੀਅਨ ਮੰਗਦੇ ਆ ਜੀ, ਅਸੀਂ 9 ਲੱਖ ਦਿੰਦੇ ਆ ਜਾਂ 9 ਲੱਖ ਜਿਹੜਾ 9.5 ਜਿਹੜਾ ਤੁਹਾਨੂੰ ਦਿੰਦੇ ਆ ਅਸੀਂ, ਤੇ ਤੁਸੀਂ ਇਹ ਘਰ ਸਾਨੂੰ ਦੇ ਦਿਓ। ਤੁਹਾਡੀ ਆਫਰ ਐਕਸੈਪਟ ਕਰ ਲੈਂਦਾ, ਤੁਸੀਂ ਹੱਥ ਮਿਲਾਉਂਦੇ ਆ, ਐਗਰੀਮੈਂਟ ਕਰ ਲੈਂਦੇ ਆ ਤੇ ਲਿਖ ਲਿਖਾਈਆ ਕਰਕੇ ਘਰ ਤੁਹਾਡਾ ਹੋ ਜਾਂਦਾ। ਵੀ ਬੜਾ ਟਰਾਂਸਪੇਰੈਂਟ ਤੇ ਕਲੀਅਰ ਪ੍ਰੋਸੈਸ ਆ ਤੇ ਇਹ ਕੁਝ ਲੋਕਾਂ ਨੂੰ ਇਹ ਚੰਗਾ ਵੀ ਲੱਗਦਾ। ਕੁਝ ਲੋਕ ਇੱਦਾਂ ਕਰਨਾ ਚਾਹੁੰਦੇ ਆ। ਤੇ ਜਦੋਂ ਤੁਸੀਂ ਡੀਲ ਜਿਹੜੀ ਕਲੋਜ਼ ਕਰਦੇ ਆ ਬਿਨਾਂ ਰੀਅਲਟਰ ਤੋਂ, ਉਹਦੇ ਤੋਂ ਬਾਅਦ ਤੁਹਾਡੇ ਕੁਝ ਪੈਸੇ ਵੀ ਬਚਦੇ ਆ। ਉਹ ਮਤਲਬ ਕਈ ਵਾਰੀ 15-20 ਹਜ਼ਾਰ ਡਾਲਰ ਤੱਕ ਵੀ ਤੁਹਾਡਾ ਬਚ ਜਾਂਦਾ ਜੇਕਰ ਤੁਸੀਂ ਰੀਅਲਟਰ ਤੋਂ ਬਿਨਾਂ ਜਾਣੇ। ਕਿਉਂਕਿ ਰੀਅਲਟਰ ਦਾ ਜਿਹੜਾ ਕਮਿਸ਼ਨ ਆ, ਜਿਹੜਾ ਬੰਦਾ ਵੀ ਘਰ ਨੂੰ ਵੇਚ ਰਿਹਾ ਆ, ਉਹਦਾ ਇੱਕ ਆਪਣਾ ਉਹ ਕਮਿਸ਼ਨ ਪੇ ਕਰ ਰਿਹਾ ਹੈ ਰੀਅਲਟਰ ਨੂੰ। ਸੋ ਉਹੀ ਦੂਜੇ ਰੀਅਲਟਰ ਨੂੰ ਵੀ ਪੇ ਕਰ ਰਿਹਾ ਕਿ ਤੁਹਾਨੂੰ ਲਾ ਪਾ ਕੇ ਤੁਸੀਂ ਉਹਦੇ ਵਿੱਚ ਇੱਕ ਪੈਸਾ ਵੀ ਬਚਾ ਲੈਂਦੇ ਆ, ਇੱਕ ਧਿਰ ਘੱਟੋ ਘੱਟ, ਤੇ ਦੂਜਾ ਤੁਹਾਨੂੰ ਇੱਕ ਤਸੱਲੀ ਵੀ ਹੁੰਦੀ ਆ ਜੇ ਬਿਨਾਂ ਰੀਅਲਟਰ ਤੋਂ ਉਹਨੂੰ ਖਰੀਦਣ ਦੇ ਵਿੱਚ। ਨੋ ਡਾਊਟ ਉਹਦੇ ਵਿੱਚ ਦੱਸਦੇ ਕਿ ਰਿਸਕ ਵੀ ਹੈਗੇ ਆ, ਤੁਹਾਨੂੰ ਸ਼ਾਇਦ ਨਾ ਸਾਰੀਆਂ ਉਹਨਾਂ ਤਕਨੀਕੀ ਨੁਕਤਿਆਂ ਦਾ ਪਤਾ ਹੋਵੇ, ਪਰ ਹੁਣ ਲੋਕ ਇੱਦਾਂ ਕਰਨਾ ਚਾਹੁੰਦੇ ਆ ਤੇ ਉਹ ਕਈ ਵਾਰੀ ਪ੍ਰਾਈਵੇਟ ਸੇਲ ਲੱਭਦੇ ਆ ਇਲਾਕੇ ਦੇ ਵਿੱਚ ਵੀ ਕਿਸੇ ਨੇ ਆਪ ਲਾਇਆ ਹੋਵੇ, ਵੀ ਮਾਲਕ ਹੀ ਘਰ ਵੇਚਦਾ ਹੋਵੇ, ਰੀਅਲਟਰ ਘਰ ਨਾ ਵੇਚਦਾ ਹੋਵੇ। ਬਾਇੰਗ ਤੇ ਸੈਲਿੰਗ ਕਿਸੇ ਵੀ ਪ੍ਰੋਪਰਟੀ ਦੀ ਰੀਅਲਟਰ ਜਾਂ ਏਜੰਟ ਇਨਵੋਲਵ ਹੁੰਦਾ ਆ, ਪਰ ਉਹ ਜਿਹੜੇ ਹੁਣ ਸਿੱਧਾ ਖਰੀਦਣਾ ਚਾਹੁੰਦੇ ਆ ਉਹ ਸਿੱਧਾ ਖਰੀਦਦੇ ਆ। ਤੇ ਜਿਹੜੀ ਪ੍ਰਾਈਵੇਟ ਹੋਮ ਸੇਲ ਆ ਉਹ ਪਿਛਲੇ ਸਮੇਂ ਦੇ ਵਿੱਚ ਉੱਤੇ ਗਈ, ਕਿਉਂਕਿ ਹੁਣ ਮਸਲਾ ਇਹ ਪੈਦਾ ਹੋ ਗਿਆ ਕਿ ਲੋਕ ਟੈਕਨੋਲੋਜੀ ਨੂੰ ਬਹੁਤ ਵਰਤਣ ਲੱਗ ਪਏ ਆ। ਟੈਕਨੋਲੋਜੀ ਨੂੰ ਵਰਤਣ ਦੇ ਨਾਲ ਜਿਹੜਾ ਘਰ ਤੁਸੀਂ ਲੱਭਦੇ ਹੋ ਤੁਸੀਂ ਲਿਸਟਿੰਗ 'ਤੇ ਜਾ ਕੇ ਆਪ ਲੱਭ ਲੈਂਦੇ ਆ ਕਿ ਆਹ ਘਰ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਦਾ ਲੱਗਾ। ਕਈ ਵੈਬਸਾਈਟਸ ਨੇ ਜਿਨ੍ਹਾਂ ਦੇ ਉੱਤੇ ਇਹ ਪਹਿਲਾਂ ਹੀ ਪਤਾ ਹੁੰਦਾ ਤੇ ਤੁਸੀਂ ਉਹ ਪ੍ਰਾਈਵੇਟ ਲਿਸਟਿੰਗ ਲੱਭ ਕੇ ਤੇ ਉੱਥੇ ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਤੇ ਨੈਗੋਸ਼ੀਏਟ ਵੀ ਕਰ ਲੈਂਦੇ ਆ ਤੁਸੀਂ। ਜਿਹੜੀ ਹੁਣ ਹਾਊਸਿੰਗ ਮਾਰਕੀਟ ਸਲੋ ਹੋਈ ਆ ਕਿਉਂਕਿ ਇੰਟਰਸਟ ਰੇਟ ਵਧੇ ਆ ਤੇ ਇਸ ਵੇਲੇ ਲੋਕ ਇੱਕ ਪੈਸਾ ਵੀ ਬਚਾਉਣਾ ਚਾਹੁੰਦੇ ਆ। ਕੰਜ਼ਿਊਮਰ ਚਾਹੁੰਦਾ ਆ ਕਿ ਘੱਟੋ ਘੱਟ ਉਹਨੂੰ ਕੋਲੇ ਇਹ ਆਪਸ਼ਨ ਹੋਵੇ ਤੇ ਜਿਹੜੀ ਉਹਦੇ ਲਈ ਈਜ਼ੀ ਹੋਵੇ। ਜਿਹੜਾ ਸਭ ਤੋਂ ਪੋਪੂਲਰ ਟੂਲ ਅਵੇਲੇਬਲ ਆ ਬਾਇਰ ਦੇ ਲਈ ਉਹ ਹੈਗਾ ਕਿ ਜਿਹੜੇ ਸੈਲਰ ਨੇ ਉਹਨਾਂ ਨੂੰ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਜਾਂ ਲੋਕਲ ਜਿਹੜਾ ਰੀਅਲ ਅਸਟੇਟ ਬੋਰਡ ਦੀ ਜਾਂ ਐਸੋਸੀਏਸ਼ਨ ਆ ਉਹਦੇ ਉੱਤੇ ਉਹਦੇ ਲਈ ਉਹ ਵਰਤਿਆ ਜਾਂਦਾ ਜਾਂ ਜਿਹੜਾ realtor.ca ਆ ਸਾਈਟ ਆ ਜਾਂ ਇਹਦੀ ਮਲਟੀਪਲ ਲਿਸਟਿੰਗ ਸਰਵਿਸ ਆ ਜਿਹਨੂੰ ਆਪਾਂ MLS ਕਹਿੰਦੇ ਆ।
CREA ਰਿਪਰੈਜ਼ੈਂਟ ਕਰਦੀ ਆ ਲਗਭਗ 1,60,000 ਤੋਂ ਜ਼ਿਆਦਾ ਲਾਇਸੈਂਸਡ ਬ੍ਰੋਕਰ ਏਜੰਟਸ ਤੇ ਜਿਹੜੇ ਸੇਲਸ ਪੀਪਲ ਨੇ, ਜਿਹੜੇ 65 ਬੋਰਡ ਤੇ ਐਸੋਸੀਏਸ਼ਨ ਆਪਣੇ ਇਸ ਦੇਸ਼ ਦੇ ਵਿੱਚ। ਇਹਨਾਂ ਦਾ ਮੈਂਬਰ ਹੀ ਅਲਾਉਡ ਹੁੰਦਾ ਕਿ ਉਹ ਟ੍ਰੇਡਮਾਰਕ ਵਰਡ ਰੀਅਲਟਰ ਕੈਨੇਡਾ ਦੇ ਵਿੱਚ ਯੂਜ਼ ਕਰ ਸਕੇ, ਸਬਜੈਕਟ ਟੂ ਹਾਈ ਸਟੈਂਡਰਡ ਆਫ ਪ੍ਰੋਫੈਸ਼ਨਲ ਸਰਵਿਸ ਜਾਂ ਜਿਹੜਾ ਸਟ੍ਰਿਕਟ ਕੋਡ ਆਫ ਐਥਿਕਸ ਆ, ਜਿਹੜੀ ਇਹਨਾਂ ਦੀ ਵੈਬਸਾਈਟ ਆ ਉਹਦੇ ਦੱਸਣ ਦੇ ਅਨੁਸਾਰ। ਕੁਛ ਨਿਊਜ਼ ਏਜੰਸੀ ਨੇ ਇਹਨਾਂ ਨਾਲ ਇੰਟਰਵਿਊ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਇਹ ਅਵੇਲੇਬਲ ਨਹੀਂ ਹੋ ਸਕੇ। ਜਿਹੜੇ ਕੁਛ CREA ਦੇ ਟੂਲ ਨੇ ਉਹ ਵੀ ਯੂਜ਼ ਕਰਦੇ ਆ। 70% ਜਿਹੜੇ ਕਸਟਮਰ ਨੇ ਉਹ ਆਪਟ ਕਰਦੇ ਆ ਘਰ ਲਿਸਟ ਕਰਨਾ MLS ਦੇ ਉੱਤੇ, ਜਾਂ ਉਹ ਜਾਣੀ ਇਹਨੂੰ ਪ੍ਰਾਈਵੇਟ ਭਾਵੇਂ ਪ੍ਰਾਈਵੇਟਲੀ ਵੀ ਸੈੱਲ ਕਰਨਾ ਚਾਹੁੰਦੇ ਆ। ਸਪੈਸੀਫਿਕ ਨੰਬਰ ਨਹੀਂ ਸਾਹਮਣੇ ਆ ਰਹੇ ਜਾਂ ਇੱਦਾਂ ਨਹੀਂ ਪਤਾ ਲੱਗ ਰਿਹਾ, ਪਰ ਇੱਦਾਂ ਲੱਗਦਾ ਹੈ ਕਿ ਬਹੁਤ ਛੋਟਾ ਜਿਹਾ ਪੋਰਸ਼ਨ ਹੁੰਦਾ ਜਿਹੜੇ ਪ੍ਰਾਈਵੇਟ ਸੇਲ ਹੁੰਦੀ ਆ ਓਵਰਆਲ ਰੀਅਲ ਏਸਟੇਟ ਡੀਲ ਦੇ ਵਿੱਚ ਕੈਨੇਡਾ ਦੇ ਵਿੱਚ। ਜਿਹੜੀ ਸੇਲ ਬਾਈ ਓਨਰ ਆ, ਰੀਸੈਂਟਲੀ 116 ਲਿਸਟਿੰਗ ਆਈਆਂ ontario ਦੇ ਵਿੱਚ, ਸੇਲ ਬਾਈ ਓਨਰ ਜਿਹਨੂੰ ਕਹਿੰਦੇ ਵੀ ਰੀਅਲਟਰ ਵਿੱਚ ਹੈ ਨਹੀਂ। ਅਤੇ ਕੁਛ ਜਿਹੜੇ ਮਿਡ ਸਾਈਜ਼ ਸਿਟੀ ਆ ਉਹਨਾਂ ਦੇ ਵਿੱਚ ਪ੍ਰੋਵਿੰਸ ਦੇ ਵਿੱਚ 1000 ਜਿਹੜੀਆਂ ਉਹ ਦਿਸ ਰਹੀਆਂ ਆ MLS ਦੇ ਉੱਤੇ। ਹੁਣ ਹੈ ਕੀ ਆ ਕਿ ਇੰਟਰਸਟ ਪ੍ਰਾਈਵੇਟ ਸੇਲ ਦੇ ਵਿੱਚ ਇਸ ਕਰਕੇ ਵੱਧ ਰਿਹਾ ਕਿਉਂਕਿ ਲੋਕ ਟੈਕਨੋਲੋਜੀ ਦੇ ਨਾਲ ਆਪ ਸਾਰਾ ਕੁਝ ਜਾਣਦੇ ਆ ਅਤੇ ਉਹ ਇਹਦੇ ਵਿੱਚ ਸਾਰੇ ਕੁਛ ਨੂੰ ਸਮਝ ਜਾਂਦੇ ਆ ਕਿ ਕੀ ਕਰਨਾ ਹੈ, ਤਾਂ ਆਪਣੇ ਆਪ ਹੀ ਇਸ ਡੀਲ ਨੂੰ ਕਲੋਜ਼ ਕਰ ਲੈਂਦੇ ਆ। ਦੂਜਾ, ਕਈ ਵਾਰੀ ਜਿਹੜੇ ਦੋ ਵਿਨਰ ਹੁੰਦੇ ਆ, ਬਾਇਰ ਅਤੇ ਸੈਲਰ, ਅਤੇ ਦੋਵੇਂ ਬੜੇ ਖੁਸ਼ ਹੁੰਦੇ ਆ। ਐਂਡ ਆਫ ਦਾ ਡੇ ਦੋਵਾਂ ਨੂੰ ਕੁਛ ਨਾ ਕੁਛ ਬਚ ਜਾਂਦਾ ਆ। ਜਿਹੜੇ ਰੀਅਲ estate ਡੀਲਸ ਆ ਉਹ ਆਫ ਕੋਰਸ ਵਕੀਲਾਂ ਦੇ ਥਰੂ ਹੁੰਦੀਆਂ ਆ। ਜਿਹੜੀ ਪ੍ਰਾਈਵੇਟ ਸੇਲ ਆ ਉਹ ਕੋਆਰਡੀਨੇਟ ਕਰ ਸਕਦੇ ਫੰਡਸ ਨੂੰ ਓਵਰਸੀਜ਼ ਜਾਂ ਟਰਾਂਸਫਰ ਆਫ ਪ੍ਰੋਪਰਟੀ ਜਾਂ ਦੂਜੀਆਂ ਚੀਜ਼ਾਂ ਦੇ ਉੱਤੇ। ਪਰ ਵਾਰਨਿੰਗ ਇਹ ਆ ਕਿ ਤੁਹਾਡੀ ਵੈਲਿਊ, ਉਸ ਪ੍ਰੋਪਰਟੀ ਦੀ ਵੈਲਿਊ ਦੇ ਉੱਤੇ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਜਿਹੜੀਆਂ ਸੇਲਸ ਨੇ ਜਿਨ੍ਹਾਂ ਦੇ ਵਿੱਚ ਰੀਅਲਟਰ ਇਨਵੋਲਵ ਨਹੀਂ ਹੁੰਦੇ, ਡਾਇਰੈਕਟ ਸੇਲਸ ਨੇ, ਉਹਨਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ। ਖਾਸ ਕਰ ontario ਵਾਲੇ ਪਾਸੇ ਲੋਕ ਆਪਣੇ ਆਪ ਹੀ ਜਿਹੜੇ ਡੀਲ ਆ ਉਹ ਕਲੋਜ਼ ਕਰਨਾ ਚਾਹੁੰਦੇ ਆ, ਆਫਰ ਪਾਉਂਦੇ ਆਪਣੀਆਂ ਸ਼ਰਤਾਂ ਦੇ ਉੱਤੇ। ਜਿਹੜਾ ਮਕਾਨ ਖਰੀਦਣ ਵਾਲਾ ਆ ਉਹ ਮਕਾਨ ਵੇਚਣ ਵਾਲੇ ਨੂੰ ਸਿੱਧਾ ਮਿਲਦਾ ਆ ਅਤੇ ਉਹਦੇ ਨਾਲ ਸਿੱਧੀ ਗੱਲਬਾਤ ਕਰਕੇ ਉਹਨੂੰ ਤਸੱਲੀ ਹੁੰਦੀ ਹੈ, ਅਤੇ ਇਹਦੇ ਵਿੱਚ ਜਿਹੜਾ ਰੀਅਲਟਰ ਨੂੰ ਕਮਿਸ਼ਨ ਦੇਣਾ ਹੁੰਦਾ ਉਹ 4 ਪੈਸੇ ਵੀ ਬਚ ਜਾਂਦੇ ਆ। ਅਗਲੀ ਗੱਲਬਾਤ ਦੋਸਤੋ ਆਪਾਂ ਕਰਨੀ ਆ ਜਿਹੜੀ ਰਿਵਰਸ ਮੌਰਗੇਜ ਬਾਰੇ। ਰਿਵਰਸ ਮੌਰਗੇਜ ਕੈਨੇਡਾ ਦੇ ਵਿੱਚ ਬਹੁਤ ਇਸ ਵੇਲੇ ਕਹਿੰਦੇ ਪੋਪੂਲਰ ਹੋ ਰਹੀ ਆ। ਜਿਹੜੇ ਇੱਕ ਤਰ੍ਹਾਂ ਦੀ ਇਹ ਹੋਮ ਐਕਿਊਟੀ ਲੋਨ ਆ ਦੱਸਿਆ ਜਾਂਦਾ, ਜਿਹੜਾ ਅਵੇਲੇਬਲ ਆ ਹੋਮ ਓਨਰਸ ਦੇ ਲਈ, ਜਿਹੜਾ ਘੱਟੋ ਘੱਟ 55 ਸਾਲ ਉਮਰ ਜਿਹਦੀ ਹੋਵੇ ਉਹਦੇ ਲਈ ਹੋਮ ਐਕਿਊਟੀ ਲੋਨ, ਜਿਹਨੂੰ ਰਿਵਰਸ ਮੌਰਗੇਜ ਕਿਹਾ ਜਾਂਦਾ ਹੈ। ਰਿਵਰਸ ਮੌਰਗੇਜ ਦੇ ਨਾਲ ਹੁੰਦਾ ਕੀ ਆ, ਜਿਹੜਾ ਹੋਮ ਓਨਰ ਆ ਉਹ ਆਪਣੀ ਐਕਿਊਟੀ ਨੂੰ ਐਕਸੈਸ ਕਰ ਸਕਦਾ ਆਪਣੇ ਘਰ ਦੇ ਵਿੱਚ, ਅਤੇ ਟੈਕਸ ਫ੍ਰੀ ਕੈਸ਼ ਉਹਦੇ ਵਿੱਚੋਂ ਕੱਢ ਸਕਦਾ ਬਿਨਾਂ ਉਹਨੂੰ ਘਰ ਨੂੰ ਵੇਚੇ ਜਾਂ ਕੋਈ ਰੈਗੂਲਰ ਮੌਰਗੇਜ ਮਤਲਬ ਪੇਮੈਂਟ ਦੇ ਥਾਂ ਦੇ ਉੱਤੇ। ਪੇਮੈਂਟ ਦੇਣ ਦੇ ਥਾਂ 'ਤੇ ਜਿਹੜਾ ਇੰਟਰਸਟ ਆ ਉਸ ਰਿਵਰਸ ਮੌਰਗੇਜ ਦੇ ਉੱਤੇ ਉਹਦੀ ਟੋਟਲ ਅਮਾਊਂਟ ਜਿੰਨੀ ਉਹਦੀ ਮੌਰਗੇਜ ਰਹਿੰਦੀ ਹੁੰਦੀ ਉਹਦੇ ਵਿੱਚ ਐਡ ਹੋਈ ਜਾਂਦਾ। ਜਿਹਦਾ ਮਤਲਬ ਇਹ ਆ ਕਿ ਜਿਹੜੀ ਲੋਨ ਦੀ ਅਮਾਊਂਟ ਆ ਉਹ ਵੱਧਦੀ ਜਾਂਦੀ ਆ ਸਮੇਂ ਦੇ ਨਾਲ ਨਾਲ। ਲੋਨ ਉਦੋਂ ਹੀ ਤੁਸੀਂ ਜਦੋਂ ਰੀਪੇ ਕੀਤਾ ਜਾਂਦਾ ਜਦੋਂ ਉਹਨੂੰ ਹੋਮ ਓਨਰ ਉਹਨੂੰ ਵੇਚਦਾ ਆ ਘਰ ਨੂੰ, ਇਹਨੂੰ ਰਿਵਰਸ ਮੌਰਗੇਜ ਕਹਿੰਦੇ ਆ। ਅਤੇ ਇਹ ਕਾਫੀ ਜ਼ਿਆਦਾ ਕਹਿੰਦੇ ਆ ਇਸ ਵੇਲੇ ਜਿਹੜੀ ਪੋਪੂਲਰ ਹੋ ਰਹੀ ਹੈ। ਰਿਵਰਸ ਮੌਰਗੇਜ ਜਿਹੜੀ ਆ ਉਹ ਇੱਕ ਯੂਜ਼ਫੁਲ ਟੂਲ ਹੋ ਸਕਦੀ ਆ ਸੀਨੀਅਰਸ ਦੇ ਲਈ, ਜਿਹੜੇ ਚਾਹੁੰਦੇ ਆਪਣੀ ਇਕੁਇਟੀ ਕੱਢਣਾ ਜਾਂ ਉਹਨੂੰ ਐਕਸੈਸ ਕਰਨਾ ਆਪਣੇ ਘਰ ਦੇ ਵਿੱਚੋਂ, ਤਾਂ ਕਿ ਆਪਣੀ ਲਿਵਿੰਗ ਦੇ ਜਿਹੜੇ ਐਕਸਪੈਂਸਿਸ ਨੇ, ਹੈਲਥ ਕੇਅਰ ਕੋਸਟ ਆ ਜਾਂ ਦੂਜੇ ਐਕਸਪੈਂਸਿਸ ਨੇ, ਉਹਨਾਂ ਦਾ ਖਰਚਾ ਕੱਢ ਸਕਣ। ਇਹ ਵੀ ਹੈ ਕਿ ਕੰਪਲੈਕਸ ਫਾਈਨੈਂਸ਼ੀਅਲ ਪ੍ਰੋਡਕਟ ਜਿਹੜਾ ਸਿਗਨੀਫਿਕੈਂਟ ਉਹਦੀ ਕੋਸਟ ਹੁੰਦੀ ਆ ਜਾਂ ਰਿਸਕ ਹੁੰਦਾ ਆ ਉਹਦੇ ਵਿੱਚ, ਉਹ ਵੀ ਹੋਮ ਓਨਰ ਦੇ ਲਈ ਜਿਹੜਾ ਸਮਝਣਾ ਉਹਦੀਆਂ ਟਰਮ ਐਂਡ ਕੰਡੀਸ਼ਨਸ ਨੂੰ ਉਹ ਵੀ ਜ਼ਰੂਰੀ ਹੁੰਦਾ। ਹੁਣ ਰਿਵਰਸ ਮੌਰਗੇਜ ਦੀ ਪੋਪੂਲੈਰਿਟੀ ਦੇ ਵਿੱਚ ਵਾਧਾ ਕੈਨੇਡੀਅਨਸ ਦੇ ਵਿੱਚ ਮਤਲਬ ਇਸ ਕਰਕੇ ਵੀ ਹੋ ਰਿਹਾ ਹੈ, ਜਿਹੜੇ ਕਿਉਂਕਿ ਲੋਕ ਸਪਲੀਮੈਂਟ ਇਨਕਮ ਚਾਹੁੰਦੇ ਆ, ਕਿਉਂਕਿ ਅਫੋਰਡੇਬਿਲਟੀ ਕ੍ਰਾਈਸਿਸ ਇਸ ਵੇਲੇ ਚੱਲ ਰਿਹਾ। ਹੋਮ ਇਕੁਇਟੀ ਬੈਂਕ ਕੈਨੇਡਾ ਦੀ ਸਭ ਤੋਂ ਵੱਡੀ ਰਿਵਰਸ ਮੌਰਗੇਜ ਪ੍ਰੋਵਾਈਡਰ ਆ।
ਉਹਨਾਂ ਨੇ ਰਿਪੋਰਟ ਦੱਸੀ ਹੈ 2022 ਦੇ ਵਿੱਚ, ਉਹ ਦੱਸਦੇ ਆ ਕਿ ਉਹਨਾਂ ਨੇ $1 ਬਿਲੀਅਨ ਰਿਵਰਸ ਮੌਰਗੇਜ ਦੇ ਵਿੱਚ ਇਸ਼ੂ ਕੀਤਾ ਆ, 1 ਬਿਲੀਅਨ, ਤੇ ਜਿਹੜਾ 30% ਇਹ ਵੱਧ ਆਇਆ 2021 ਨਾਲੋਂ 2022 ਦੇ ਵਿੱਚ। ਬਹੁਤ ਸਾਰੇ ਲੋਕ ਜਿਹੜੇ ਰਿਟਾਇਰਡ ਨੇ ਉਸ ਪੋਜੀਸ਼ਨ ਦੇ ਵਿੱਚ ਆ ਜਾਂਦੇ ਆ ਕਿ ਉਹ ਹਾਊਸ ਰਿਚ ਤੇ ਕੈਸ਼ ਪੂਅਰ ਹੋ ਜਾਂਦੇ, ਮਤਲਬ ਘਰ ਤਾਂ ਮਹਿੰਗਾ ਆ, ਘਰ ਦੇ ਵਿੱਚ ਐਕੁਇਟੀ ਬਹੁਤ ਪਈ ਆ, ਪਰ ਹੁਣ ਖਰਚਣ ਲਈ ਕੋਲ ਪੈਸੇ ਹੈ ਨਹੀਂ। ਸੋ ਸਪੈਸ਼ਲੀ ਜਦੋਂ ਉਹਨਾਂ ਦੇ ਕੋਲ ਇੱਦਾਂ ਦੀ ਜਿਹੜੀ ਕੋਈ ਪੱਕੀ ਪੈਨਸ਼ਨ ਪਲਾਨ ਨਹੀਂ ਹੁੰਦੀ, ਜਾਂ ਉਹਨਾਂ ਦੇ ਕੋਲ ਕੋਈ RRSP ਉਹ ਨਹੀਂ ਹੁੰਦੇ, ਜਦੋਂ ਤੁਹਾਨੂੰ ਰਿਵਰਸ ਮੌਰਗੇਜ ਫਿਰ ਉਸ ਵੇਲੇ ਤੁਹਾਡੀ ਮਦਦ ਕਰਦੀ ਹੈ। ਟੋਰਾਂਟੋ ਦੇ ਵਿੱਚ ਕਈ ਮੌਰਗੇਜ ਬ੍ਰੋਕਰ ਆ, ਉਹਨਾਂ ਨੇ ਗੱਲਾਂ ਬਾਤਾਂ ਕਰਦਿਆਂ ਇਹ ਦੱਸਿਆ ਆ ਕਿ ਜਿਹੜੀ ਰਿਵਰਸ ਮੌਰਗੇਜ ਲੈਣ ਵਾਲਿਆਂ ਦੀ, ਲੋਕਾਂ ਦੀ, ਜਾਂ ਇਹਦੀ ਮੰਗ ਕਰਨ ਵਾਲੇ ਲੋਕਾਂ ਦੀ ਗਿਣਤੀ ਵਧੀ ਆ। ਅਤੇ ਇਹ ਸਪੈਸ਼ਲੀ ਜਦੋਂ ਅਸੀਂ ਸੁਣਦੇ ਹਾਂ ਲੌਂਗ ਕੋਵਿਡ ਟਰਮ ਕੇਅਰ ਦੇ ਵਿੱਚ ਜੋ ਕੁਛ ਲੋਕਾਂ ਦੇ ਨਾਲ ਹੋਇਆ, ਤਾਂ ਇਹ ਗੱਲਬਾਤ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ। ਬਹੁਤ ਸਾਰੇ ਸੀਨੀਅਰ ਆ ਜਿਹੜੇ ਰੀਥਿੰਕ ਕਰਦੇ ਆਪਣੇ ਪਲਾਨਸ ਨੂੰ ਏਜਿੰਗ ਦੇ ਲਈ, ਤਾਂ ਜਿਹੜੀ ਦੂਜਾ ਰਿਟਾਇਰਮੈਂਟ ਫੈਸਿਲਿਟੀਜ਼ 'ਤੇ ਜਾਣ ਤੋਂ ਪਹਿਲਾਂ। ਸੋ ਇਸ ਕੁਛ ਜਿਹੜੇ ਉਹਨਾਂ ਨੂੰ ਹੈਲਪ ਚਾਹੀਦੀ ਹੁੰਦੀ, ਅਸਿਸਟੈਂਸ ਚਾਹੀਦੀ ਹੁੰਦੀ ਆ ਆਪਣੇ ਜੀਣ ਦੇ ਲਈ, ਅਤੇ ਉਹ ਅਫੋਰਡ ਜਿਹੜਾ ਕਿ ਨਹੀਂ ਕਰ ਸਕਦੇ। ਸੋ ਰਿਵਰਸ ਮੌਰਗੇਜ ਇੱਕ ਬਹੁਤ ਵਧੀਆ ਆਪਸ਼ਨ ਉਹਨਾਂ ਦੇ ਵਿੱਚ ਹੈਗੀ ਆ। ਰਿਵਰਸ ਮੌਰਗੇਜ ਬਿਲਕੁਲ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਜਿਹੜਾ ਉਹਦੇ ਵਾਂਗੂ ਕੰਮ ਕਰਦੀ ਆ। ਜਿਹੜੇ ਕੈਨੇਡੀਅਨ 55 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਹੁੰਦੀ ਆ ਅਤੇ ਉਹਨਾਂ ਦੇ ਕੋਲ ਇੱਕ ਪੇਡ ਆਫ ਘਰ ਹੁੰਦਾ ਆ, ਉਹ ਉਹਦੇ ਅਗੇਂਸਟ ਐਕੁਇਟੀ ਬੋਰੋ ਕਰ ਸਕਦੇ ਆ ਆਪਣੀ ਪੈਨਸ਼ਨ ਅਰਨਿੰਗ ਨੂੰ ਸਪਲੀਮੈਂਟ ਕਰਨ ਦੇ ਲਈ। ਅਤੇ ਜਦੋਂ ਉਹ ਮਤਲਬ ਆਪਣੇ ਘਰ ਦੇ ਵਿੱਚ ਰਹੀ ਵੀ ਜਾਂਦੇ ਆ ਉਹ। ਸੋ ਕਈ ਕਲਾਇੰਟ ਲੋਕਾਂ ਦੇ ਕੋਲ ਹੈਗੇ ਆ ਜਿਨ੍ਹਾਂ ਨੇ ਰਿਟਾਇਰਡ ਦੇ ਨੇ ਅਤੇ ਇਸ ਚੀਜ਼ ਨੂੰ ਉਹਨਾਂ ਨੇ ਯੂਜ਼ ਕੀਤਾ ਆ। ਹੁਣ ਇਸ ਵੇਲੇ ਜਿੱਦਾਂ ਕਿ ਆਮ ਇਹਦੇ ਵਿੱਚ ਫ਼ਰਕ ਕੀ ਹੁੰਦਾ ਕਿ ਜਿਹੜੀ ਟਿਪੀਕਲ ਆਪਣੀ ਮੌਰਗੇਜ ਹੁੰਦੀ ਆ ਜਾਂ ਲਾਈਨ ਆਫ ਕ੍ਰੈਡਿਟ ਹੁੰਦੀ ਆ, ਰਿਵਰਸ ਮੌਰਗੇਜ ਦੇ ਵਿੱਚ ਰੈਸਿਪੀਐਂਟ ਨੂੰ ਉਹ ਪੈਸਾ ਪੇ ਬੈਕ ਨਹੀਂ ਕਰਨਾ ਹੁੰਦਾ ਜਦੋਂ ਤੱਕ ਜਿਹੜਾ ਹੋਮ ਓਨਰ ਆ ਉਹ ਜਾਂ ਤਾਂ ਉਹਦੀ ਮੌਤ ਨਹੀਂ ਹੋ ਜਾਂਦੀ, ਜਾਂ ਉਹ ਮੂਵ ਨਹੀਂ ਕਰ ਜਾਂਦਾ, ਅਤੇ ਜਾਂ ਉਹ ਘਰ ਸੇਲ ਨਹੀਂ ਕਰ ਦਿੰਦਾ। ਸੋ ਇਹ ਇੱਕ ਬਹੁਤ ਵੱਡਾ ਫਾਇਦਾ ਹੈ। ਅਤੇ ਇਹਦੇ ਵਿੱਚ ਹੁਣ ਰਿਵਰਸ ਮੌਰਗੇਜ ਦੇ ਵਿੱਚ ਲੋਕਾਂ ਦੇ ਵਿੱਚ ਵਾਧਾ ਹੋ ਰਿਹਾ। 55 ਸਾਲ ਤੋਂ ਉੱਪਰ ਵਾਲੇ ਜਿਹੜੇ ਲੋਕ ਨੇ, ਜੇਕਰ ਇੱਥੋਂ ਤੱਕ ਕਿ ਇੱਕ ਜਿਹੜਾ ਹੋਮ ਓਨਰ ਆ ਮੂਵ ਵੀ ਕਰ ਜਾਂਦਾ ਉਹ ਰਿਟਾਇਰਮੈਂਟ ਫੈਸਿਲਿਟੀ ਤੋਂ, ਤਾਂ ਦੂਜੇ ਜਿਹੜੇ ਆ ਉਹ ਲਗਾਤਾਰ ਉੱਥੇ ਰਹਿੰਦੇ ਆ ਅਤੇ ਉਹਨਾਂ ਨੂੰ ਜਿਹੜੀ ਉਹ ਮਿਲਦੀ ਰਹਿੰਦੀ ਹੈ। ਸੋ ਇਹ ਇੱਕ ਡਿਫਰੈਂਟ ਇਹਦੇ ਵਿੱਚ ਗੱਲਾਂ ਦੱਸੀਆਂ ਜਾ ਰਹੀਆਂ, ਪਰ ਮਾਮਲਾ ਮੁੜ ਕੇ ਉਹੀ ਹੈ ਕਿ ਇਸ ਵੇਲੇ ਲੋਕ ਤੰਗ ਨੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਆਪਣੀ ਜਿਹੜੀ ਇਹਦੇ ਵਿੱਚ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ ਕਿ ਜੀਣਾ ਥੋੜ੍ਹਾ ਜਿਹਾ ਸੌਖਾ ਕੀਤਾ ਜਾ ਸਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਲਪ ਲੈ ਕੇ। CRA ਇਸ ਵੇਲੇ ਦੋਸਤੋ ਲੋਕਾਂ ਨੂੰ ਬੇਨਤੀ ਕਰ ਰਹੀ ਹੈ ਵੀ ਟੈਕਸ ਆਪਣਾ ਟਾਈਮ 'ਤੇ ਫਾਈਲ ਕਰ ਦਿਓ, ਅਤੇ ਜੇ ਤੁਸੀਂ ਨਹੀਂ ਕੀਤਾ ਤਾਂ ਉਹਦੇ ਤੋਂ ਬਾਅਦ ਪੈਨਲਟੀ ਲੱਗਦੀ ਆ। ਅਤੇ ਤੁਹਾਨੂੰ ਪਤਾ ਹੈ ਕਿ ਟੈਕਸ ਸੀਜ਼ਨ ਪਿਛਲੇ ਹਫ਼ਤੇ ਸਟਾਰਟ ਹੋ ਚੁੱਕਿਆ ਹੈ, ਤੁਸੀਂ ਟੈਕਸ ਫਾਈਲ ਕਰ ਸਕਦੇ ਆ, ਅਤੇ ਮਈ 1, 2023 ਤੱਕ ਤੁਸੀਂ ਆਪਣਾ ਇਸ ਸਾਲ ਦੇ ਵਿੱਚ ਟੈਕਸ ਫਾਈਲ ਕਰ ਸਕਦੇ ਆ। ਡੈਡਲਾਈਨ ਅਪ੍ਰੈਲ 30 ਆ, ਅਤੇ 30 ਅਪ੍ਰੈਲ ਨੂੰ ਐਤਵਾਰ ਆ, ਅਤੇ ਸੋਮਵਾਰ ਨੂੰ ਫਿਰ ਮਈ 1 ਆ, ਅਤੇ ਮਈ 1 ਤੱਕ ਤੁਸੀਂ ਐਤਕੀ ਆਪਣਾ ਟੈਕਸ ਫਾਈਲ ਕਰ ਸਕਦੇ ਆ। ਇਹ ਜਿਹੜੀ ਡੈਡਲਾਈਨ ਆ ਉਹ ਜੇ ਤੁਸੀਂ ਕੋਈ ਮਤਲਬ ਮਨੀ ਓ ਕਰਦੇ ਆ ਤਾਂ ਉਹ ਵੀ ਦੇਣੀ ਹੁੰਦੀ ਆ। ਜਿਹੜੇ ਮਤਲਬ ਇਹਨੂੰ ਕਰਦੇ ਆ ਉਹਨਾਂ ਨੂੰ ਇਹਦੇ ਬਾਰੇ ਧਿਆਨ ਰੱਖਣਾ ਚਾਹੀਦਾ ਕਿ ਇੰਟਰਸਟ ਅਤੇ ਪੈਨਲਟੀਜ਼ ਜਿਹੜੇ ਆ ਉਹ ਕਾਫੀ ਜ਼ਿਆਦਾ ਹੁੰਦੇ ਆ। ਕੈਨੇਡੀਅਨ ਰੈਵਨਿਊ ਏਜੰਸੀ ਨੇ ਇਹ ਕਿਹਾ ਆ ਕਿ ਉਹ ਸਾਰੇ ਜਿਹੜੇ ਟੈਕਸ ਉਹ ਕਰਦੇ ਆ ਉਹਨਾਂ ਨੂੰ ਇੰਟਰਸਟ ਚਾਰਜ ਕੀਤਾ ਜਾਊਗਾ ਜੇ ਉਹ ਪੇ ਲੇਟ ਕਰਦੇ ਆ। ਜੇ ਤਾਂ ਤੁਹਾਡਾ ਦੇਣਾ ਕੋਈ ਟੈਕਸ ਰਹਿੰਦਾ ਆ ਅਤੇ ਜਦੋਂ ਤੁਸੀਂ ਉਹ ਰਿਟਰਨ ਫਾਈਲ ਕਰਦੇ ਆ ਤਾਂ ਉਸੇ ਵੇਲੇ ਉਹ ਤੁਸੀਂ ਦੇ ਦਿਓ, ਅਤੇ ਤੁਹਾਨੂੰ ਉਹਦਾ ਨਹੀਂ ਤਾਂ ਇੰਟਰਸਟ ਪੇ ਕਰਨਾ ਪਊਗਾ। ਅਤੇ ਜਿਹੜੇ ਟੈਕਸਸ ਫਾਈਲ ਕਰਦੇ ਆ ਅਤੇ ਉਹਨਾਂ ਨੂੰ ਵੀ ਲੇਟ ਫਾਈਲ ਕਰਦੇ ਆ, ਉਹਨਾਂ ਨੂੰ ਵੀ ਜਿਹੜਾ ਲੇਟ ਫਾਈਲਿੰਗ ਪੈਨਲਟੀ ਵੀ ਪੈਂਦੀ ਆ ਜੇ ਉਹਨਾਂ ਦਾ ਕੋਈ ਬੈਲੈਂਸ ਰਹਿੰਦਾ ਹੋਵੇ। ਜੇ ਆਮ ਤੌਰ 'ਤੇ ਤੁਹਾਡਾ ਕੋਈ ਬੈਲੈਂਸ ਕੋਈ ਨਹੀਂ ਹੈ, ਸਾਰਾ ਟੈਕਸ ਹਿਸਾਬ ਕਿਤਾਬ ਠੀਕ ਆ, ਤਾਂ ਫਿਰ ਤੁਸੀਂ ਲੇਟ ਵੀ ਫਾਈਲ ਕਰ ਦਿੰਦੇ ਆ ਤਾਂ ਉਹ ਵੀ ਕਈ ਵਾਰੀ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਪਰ ਜੇ ਤੁਸੀਂ ਫਾਈਲ ਵੀ ਲੇਟ ਕਰ ਰਹੇ ਹੋ ਅਤੇ ਉੱਤੇ ਤੁਹਾਡੇ ਟੈਕਸ ਵੀ ਨਿਕਲਦਾ ਹੈ ਤਾਂ ਤੁਹਾਨੂੰ ਪੈਨਲਟੀ ਜਿਹੜੀ ਪੈ ਜਾਂਦੀ ਆ। ਜਿਹੜਾ ਕੰਪਾਊਂਡ ਡੇਲੀ ਇੰਟਰਸਟ ਆ ਉਹ ਰਾਈਟ ਵੇ 1 ਮਈ ਤੋਂ ਸ਼ੁਰੂ ਹੋ ਜਾਂਦਾ, ਅਤੇ ਜਿਹਦਾ ਕੈਲੰਡਰ ਕੁਆਰਟਰ ਹੁੰਦਾ ਉਹਦੇ ਹਿਸਾਬ ਦੇ ਨਾਲ ਹਰ 3 ਮਹੀਨੇ ਬਾਅਦ ਇਹਦਾ ਉਹ ਇੰਟਰਸਟ ਰੇਟ ਤੁਹਾਡਾ ਬਦਲ ਵੀ ਜਾਂਦਾ ਆ। ਸੋ ਇਸ ਵੇਲੇ ਤੁਹਾਡੇ ਹੁਣ ਦੇ ਅਤੇ ਜਿਹੜਾ ਪਿਛਲਾ ਬੈਲੈਂਸ ਆ ਉਹਦੇ ਉੱਤੇ 8% ਹੁੰਦਾ ਜਿਹੜਾ ਓਵਰਡਿਊ ਟੈਕਸਿਸ ਹੁੰਦੇ ਆ ਤੁਹਾਡੀ ਇਸ ਵੇਲੇ ਜਿਹੜੀ ਇੰਟਰਸਟ ਰੇਟ ਆ CRA ਦੇ ਹਿਸਾਬ ਦੇ ਨਾਲ।
ਸੋ ਕਿੰਨਾ ਤੁਹਾਨੂੰ ਇੰਟਰਸਟ ਲੱਗਣਾ ਹੈ ਉਹ ਕਾਸਟ ਵੇਰੀ ਕਰਦੀ ਹੈ। ਫੋਰ ਐਗਜ਼ਾਮਪਲ ਇੰਟਰਸਟ ਰੇਟ ਤੁਹਾਡਾ ਇਸ ਸਾਲ ਦੇ ਵਿੱਚ ਓਵਰਡਿਊ ਟੈਕਸ ਦੇ ਉੱਤੇ, ਕੈਨੇਡਾ ਪੈਨਸ਼ਨ ਪਲਾਨ ਕੰਟਰੀਬਿਊਸ਼ਨ ਦੇ ਉੱਤੇ ਤੇ ਜਿਹੜਾ ਇੰਪਲੋਇਮੈਂਟ ਇੰਸ਼ੋਰੈਂਸ ਪ੍ਰੀਮੀਅਮਸ ਨੇ ਉਹਨਾਂ ਦੇ ਉੱਤੇ 8% ਹੁੰਦਾ, ਤੇ ਇਹ 1% ਜਿਹੜਾ ਉਸ ਕੁਆਟਰ ਦੇ ਵਿੱਚ ਵੱਧ ਵੀ ਜਾਂਦਾ ਆ। Q1 ਦੇ ਉੱਤੇ ਇਸ ਸਾਲ ਜਿਹੜਾ ਇੰਟਰਸਟ ਰੇਟ ਆ 4% ਕਾਰਪੋਰੇਟ ਟੈਕਸ ਪੇਅਰ ਓਵਰ ਪੇਮੈਂਟ ਦੇ ਉੱਤੇ ਤੇ 6% ਜਿਹੜਾ ਨੌਨ ਕਾਰਪੋਰੇਟ ਟੈਕਸ ਪੇਅਰ ਓਵਰ ਪੇਮੈਂਟ ਦੇ ਉੱਤੇ ਲੱਗਦਾ ਹੈ। CRA ਵੀ ਕਹਿ ਰਿਹਾ ਕਿ ਇੰਟਰਸਟ ਰੇਟ ਜਿਹੜਾ ਕੈਲਕੂਲੇਟ ਕੀਤਾ ਜਾਂਦਾ ਤੁਹਾਡਾ ਟੈਕਸੇਬਲ ਬੈਨੀਫਿਟਸ ਦੇ ਉੱਤੇ ਜਾਂ EMPLOYEES ਦੇ ਲਈ ਜਾਂ ਸ਼ੇਅਰ ਹੋਲਡਰਸ ਦੇ ਲਈ, ਤੇ ਇੰਟਰਸਟ ਫਰੀ ਤੇ ਲੋ ਇੰਟਰਸਟ ਲੋਨਸ ਜਿਹੜੇ ਉਹਦੇ ਉੱਤੇ 4% ਦੇ ਹਿਸਾਬ ਦੇ ਨਾਲ। ਏਜੰਸੀ ਨੇ ਕੋਈ ਸੈਕੰਡ ਕੈਲੰਡਰ ਕੁਆਰਟਰ ਦੇ ਲਈ ਫੋਰਕਾਸਟ ਪੋਸਟ ਨਹੀਂ ਕੀਤਾ, ਪਰ ਉਹ ਲੋਕ ਜਿਹੜੇ ਇਹਨੂੰ ਫਾਈਲ ਜਿਹਨਾਂ ਨੇ ਟੈਕਸ ਫਾਈਲ ਕਰਨਾ ਹੈ ਉਹਨੂੰ ਟਾਈਮ ਦੇ ਉੱਤੇ ਫਾਈਲ ਕਰ ਦਿਓ ਤਾਂ ਤੁਸੀਂ ਪੈਨਲਟੀ ਤੋਂ ਬਚ ਸਕਦੇ ਆ। ਤੇ CRA ਵੀ ਕਹਿੰਦਾ ਕਿ ਟੈਕਸ ਰਿਟਰਨ ਜਿਹੜੀ ਡਿਊ ਡੇਟ ਤੋਂ ਬਾਅਦ ਫਾਈਲ ਕਰਨ ਦੇ ਲਈ ਜੇ ਤੁਹਾਡਾ ਕੋਈ ਬੈਲੈਂਸ ਤੁਸੀਂ ਉਹ ਕਰਦੇ ਆ ਤਾਂ 5% ਦੇ ਹਿਸਾਬ ਨਾਲ ਤੁਹਾਡਾ 2022 ਦੇ ਵਿੱਚ ਬੈਲੈਂਸ ਹੋਇੰਗ ਤੇ ਉਹਦੇ ਉੱਤੇ ਪਲੱਸ 1% ਜਿਹੜਾ ਇੱਕ ਪੂਰੇ ਮਹੀਨੇ ਦੇ ਲਈ ਡਿਊ ਡੇਟ ਤੋਂ ਬਾਅਦ ਜਦੋਂ ਤੁਸੀਂ ਫਾਈਲ ਕਰਦੇ ਆ ਤੇ ਮੈਕਸੀਮਮ 12 ਮਹੀਨਿਆਂ ਦੇ ਲਈ ਇਹ ਕੀਤਾ ਜਾਂਦਾ ਆ। CRA ਨੇ ਇਹ ਵੀ ਕਿਹਾ ਆ ਕਿ ਜਿਹੜੀ ਅਮਾਊਂਟ ਮਨੀ ਜਿੰਨੀ ਉਹ ਕਰਦੇ ਆ ਨਹੀਂ ਪੇ ਕਰ, ਮਤਲਬ ਉਹ ਨਹੀਂ ਪੇ, ਮਤਲਬ ਕੋਈ ਬੰਦਾ ਟੈਕਸ ਨਹੀਂ ਪੇ ਕਰ ਸਕਦਾ ਜਿੰਨਾ ਉਹਦੇ ਕੋਲ ਹੈਗਾ, ਪਰ ਤੁਸੀਂ ਆਪਣੀ ਟੈਕਸ ਫਾਈਲ ਜ਼ਰੂਰ ਕਰ ਦਿਓ, ਨਹੀਂ ਤਾਂ ਤੁਹਾਨੂੰ ਲੇਟ ਘੱਟੋ ਘੱਟ ਉਹਦੇ ਨਾਲ ਤੁਸੀਂ ਲੇਟ ਫਾਈਲਿੰਗ ਪੈਨਲਟੀ ਤੋਂ ਬਚ ਜਾਓਗੇ। ਦੂਜੇ ਪਾਸੇ ਤੋਂ ਤੁਹਾਨੂੰ ਟੈਕਸ ਦੇਣਾ ਹੀ ਪੈਣਾ ਜਿਹੜਾ ਤੋਂ ਅੱਜ ਨਹੀਂ ਵੀ ਦਿੱਤਾ ਜਾਂਦਾ, ਤੇ ਇੱਕ ਪਾਸੇ ਦੀ ਜਿਹੜਾ ਜੁਰਮਾਨਾ ਤੁਹਾਨੂੰ ਲੱਗਣਾ ਉਹ ਤੋਂ ਤੁਸੀਂ ਬਚ ਸਕਦੇ ਆ। ਸੋ ਇਹਦੇ ਬਾਰੇ ਜਿਹੜਾ ਦੂਜਾ ਜਿਹੜੇ ਇੰਸਟਾਲਮੈਂਟ ਪਲਾਨ ਕਰਦੇ ਆ ਉਹਨਾਂ ਨੂੰ ਵੀ ਲੇਟ ਫੀ ਲੱਗਦੀ ਆ, ਪਰ ਜਿਹੜੀ ਇੰਸਟਾਲਮੈਂਟ ਇੰਟਰਸਟ ਚਾਰजेस ਆ ਜੇ ਉਹ 1000 ਤੋਂ ਜ਼ਿਆਦਾ ਹੋਣ ਤਾਂ, ਤੇ ਜੇ ਸਰਕਮਸਟੈਂਸਿਸ ਤੁਹਾਡੇ ਬਿਯੋਂਡ ਕੰਟਰੋਲ ਹੋ ਗਿਆ, CRA ਕਹਿੰਦਾ ਵੀ ਤੁਸੀਂ ਰਿਕੁਐਸਟ ਵੀ ਕਰ ਦਿਓ ਕਿ ਪੈਨਲਟੀਜ਼ ਕੈਂਸਲ ਕੀਤੀਆਂ ਜਾਣ ਜਾਂ ਵੇਵ ਕੀਤੀਆਂ ਜਾਣ, ਪਰ ਇਹ ਸਿਰਫ ਜਿਹੜਾ ਇੱਕ ਖਾਸ ਸਮੇਂ ਦੇ ਵਿੱਚ ਹੀ ਰਿਕੁਐਸਟ ਕੀਤੀ ਜਾ ਸਕਦੀ ਹੈ, ਤੇ ਜੇ ਤੁਹਾਡੀ ਗਰੰਟਡ ਹੋ ਜਾਂਦੀ ਹੈ ਤਾਂ ਇਹਦੀ ਕੈਂਸਲੇਸ਼ਨ ਹੋ ਸਕਦੀ ਆ। ਇਹ ਵੀ ਕੁਛ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ। ਸੋ 1 ਮਈ ਲਾਸਟ ਡੇਟ ਆ, 30 ਅਪ੍ਰੈਲ ਹਰ ਸਾਲ ਹੁੰਦੀ ਹੈ, ਤੇ ਐਤਕੀ 30 ਅਪ੍ਰੈਲ ਨੂੰ ਐਤਵਾਰ ਆ, ਤੇ 1 ਮਈ ਤੱਕ ਆਪਣਾ ਟੈਕਸ ਭਰ ਦਿਓ। ਜਿੰਨਾ ਪਹਿਲਾਂ ਭਰ ਦੋਗੇ ਉਹਦੇ ਕਾਗਜ਼ ਪੱਤਰ ਤਿਆਰ ਕਰ ਲਓਗੇ ਤਾਂ ਉਹਦਾ ਵੀ ਤੁਹਾਨੂੰ ਫਾਇਦਾ ਆ। ਅਗਲੀ ਖਬਰ ਟੋਰਾਂਟੋ ਤੋਂ ਆ। ਡਾਊਨਟਾਊਨ ਟੋਰਾਂਟੋ ਦੇ ਵਿੱਚ ਇੱਕ ਥੀਏਟਰ ਬਣੇ ਨੂੰ 100 ਸਾਲ ਦੇ ਕਰੀਬ ਹੋ ਗਿਆ, ਤੇ ਹੁਣ ਉਹਨੂੰ ਤਿਆਰ ਕੀਤਾ ਜਾ ਰਿਹਾ ਢਾਉਣ ਦੇ ਲਈ। ਮਿਰਵਿਸ਼ CEA ਥੀਏਟਰ 651 ਯੰਗ ਸਟਰੀਟ ਦੇ ਉੱਤੇ ਹੈਗਾ ਆ, ਤੇ ਕਈ ਬਿਜ਼ਨਸ ਉੱਥੇ ਹੋਰ ਨੇ ਯੰਗ ਕੋਰੀਡੋਰ ਦੇ ਵਿੱਚ ਜਿਹੜੇ ਡਿਮੋਲਿਸ਼ ਕੀਤੇ ਜਾਣੇ ਆ, ਉਹਨਾਂ ਨੂੰ ਢਾਹ ਦਿੱਤਾ ਜਾਣਾ ਆ, ਤੇ ਉਹਦੀ ਫਿਰ 76 ਸਟੋਰੀ ਮਿਕਸਡ ਹਾਊਸ ਟਾਵਰ ਬਣਨਾ ਆ ਆਉਣ ਵਾਲੇ ਸਾਲਾਂ ਦੇ ਵਿੱਚ। ਹੁਣ ਉੱਥੇ ਕਮਿਊਨਿਟੀ ਪਲਾਨਰ ਜਿਹੜੇ ਟੋਰਾਂਟੋ ਦੇ ਵਿੱਚ ਹੈਗੇ ਆ ਉਹਨਾਂ ਨੇ ਇਹ ਗੱਲ ਕਨਫਰਮ ਕੀਤੀ ਆ। ਡਿਵੈਲਪਮੈਂਟ ਹਰ ਥਾਂ ਦੇ ਉੱਤੇ ਹੋਣੀ ਹੁੰਦੀ ਆ, ਪੁਰਾਣੀਆਂ ਚੀਜ਼ਾਂ ਢਾਹ ਦਿੱਤੀਆਂ ਜਾਂਦੀਆਂ, ਨਵੀਆਂ ਚੀਜ਼ਾਂ ਬਣਦੀਆਂ ਰਹਿੰਦੀਆਂ, ਮਲਟੀ ਸਟੋਰੀ ਬਿਲਡਿੰਗਸ ਬਣਦੀਆਂ ਰਹਿੰਦੀਆਂ, ਇਹ ਡਿਵੈਲਪਮੈਂਟ ਦਾ ਹਿੱਸਾ ਆ। ਪਰ ਬਹੁਤ ਸਾਰੇ ਲੋਕਾਂ ਦਾ ਪਿਆਰ, ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਪੁਰਾਣੀਆਂ ਚੀਜ਼ਾਂ ਦੇ ਨਾਲ ਜੁੜੀਆਂ ਹੁੰਦੀਆਂ ਆ। ਨਵਾਂ ਟਾਵਰ ਜਿਹੜਾ ਬਣ ਰਿਹਾ ਇਹਦੇ ਵਿੱਚ ਕਮਿਊਨਿਟੀ ਕਲਚਰਲ ਸੈਂਟਰ ਹੋਣਾ ਆ। ਸਿਟੀ ਦਾ ਜਿਹੜਾ ਲਗਭਗ 53,988 ਸਕੁਅਰ ਮੀਟਰ ਦੇ ਵਿੱਚ ਰੈਜ਼ੀਡੈਂਸ਼ੀਅਲ ਸਪੇਸ ਦੇ ਵਿੱਚ ਤੇ 678 ਡਿਊਲਿੰਗ ਯੂਨਿਟਸ ਹੋਣੇ ਆ ਉਹਦੇ ਵਿੱਚ, ਜੇ ਇਹ ਅਪਰੂਵ ਹੋ ਜਾਂਦਾ ਤਾਂ। ਉਹ ਕਹਿੰਦੇ ਇੰਟੈਂਸ਼ਨ ਤਾਂ ਕੋਈ ਨਹੀਂ ਹੈ ਵੀ ਇਹਨੂੰ ਰਿਟੇਨ ਕੀਤਾ ਜਾਵੇ ਥੀਏਟਰ ਨੂੰ, ਪਰ ਇਹਨੂੰ ਕਮਿਊਨਿਟੀ ਕਲਚਰਲ ਸਪੇਸ ਜਾਂ ਇਹਨੂੰ ਕੰਟਰੀਬਿਊਟ ਕੀਤਾ ਜਾਊਗਾ ਕਲਚਰਲ ਲਾਈਫ ਕਮਿਊਨਿਟੀ ਦੇ ਲਈ, ਉਹਨੂੰ ਉਸ ਤਰੀਕੇ ਦੇ ਨਾਲ ਜਿਹੜਾ ਵਰਤਿਆ ਜਾਊਗਾ। ਸੋ ਪ੍ਰੋਸੈਸ ਅਜੇ ਅਰਲੀ ਸਟੇਜਸ ਦੇ ਉੱਤੇ ਆ, ਪਰ ਇਹ ਆਪਣੇ ਆਪ ਦੇ ਵਿੱਚ 100 ਸਾਲ ਪੁਰਾਣਾ ਇੱਕ ਉੱਥੇ ਥੀਏਟਰ ਹੋਣਾ, ਤੇ ਉਹਨੂੰ ਢਾਹ ਕੇ ਉੱਥੇ ਵੱਡਾ ਜਿਹੜਾ ਇੱਕ ਮਲਟੀ ਸਟੋਰੀ ਬਿਲਡਿੰਗ ਬਣਨੀ, ਇਹ ਚੰਗੀ ਤਾਂ ਹੋ ਸਕਦੀ ਹੈ, ਪਰ ਲੋਕਾਂ ਦੇ ਲਈ ਕਿਤੇ ਨਾ ਕਿਤੇ ਇਹ ਥੋੜ੍ਹਾ ਜਿਹਾ ਇੱਕ ਸਮੱਸਿਆ ਵੀ ਆ, ਤੇ ਉਹ ਇਹਨੂੰ ਜਿਹੜਾ ਇਸ ਗੱਲ ਤੋਂ ਥੋੜ੍ਹਾ ਜਿਹਾ ਦੁਖੀ ਵੀ ਨੇ ਕਿ ਇਹ ਨਹੀਂ ਢਹਿਣਾ ਚਾਹੀਦਾ। ਅਗਲੀ ਗੱਲਬਾਤ ਦੋਸਤੋ, ਸਾਊਥ ਏਸ਼ੀਅਨ ਬੱਚੇ ਜਿਹੜੇ 3 ਤੋਂ ਲੈ ਕੇ 3 ਤੋਂ ਲੈ ਕੇ 6ਵੀਂ ਜਮਾਤ ਤੱਕ ਪੜ੍ਹਦੇ ਆ, ਉਹਨਾਂ ਨੇ ਆਪਣਾ ਇੱਕ ਪ੍ਰੋਜੈਕਟ ਕੰਪਲੀਟ ਕੀਤਾ ਸਰੀ ਦੇ ਵਿੱਚ। ਉਹ ਪ੍ਰੋਜੈਕਟ ਨੂੰ ਕਿਹਾ ਜਾ ਰਿਹਾ ਪ੍ਰੋਜੈਕਟ ਭੰਗੜਾ। 7 ਮਹੀਨੇ ਲੰਬਾ ਇਹ ਪਾਇਲਟ ਪ੍ਰੋਗਰਾਮ ਸੀ। BC ਚਿਲਡਰਨ ਹਸਪੀਟਲ ਇਨਵੈਸਟੀਗੇਟਰ ਟ੍ਰਿਸ਼ੀਆ ਟੈਨ ਨੇ ਡਿਜ਼ਾਈਨ ਕੀਤਾ ਸੀ ਤਾਂ ਕਿ ਹਾਰਟ ਡਿਜ਼ੀਜ਼ ਦਾ ਰਿਸਕ ਸਾਡੇ ਸਾਊਥ ਏਸ਼ੀਅਨ ਸਾਡੇ ਲੋਕਾਂ ਦੇ ਵਿੱਚ ਘਟ ਸਕੇ।
ਟੈਨ ਨੇ ਗੱਲ ਦੱਸੀ ਹੈ ਕਿ ਸਾਊਥ ਏਸ਼ੀਅਨ ਕਮਿਊਨਿਟੀ ਇਸ ਵੇਲੇ ਜ਼ਿਆਦਾ ਰਿਸਕ ਦੇ ਉੱਤੇ ਹੁੰਦੀ ਆ ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ਦੇ ਵਿੱਚ, ਕਾਰਡੀਓਵੈਸਕੂਲਰ ਡਿਜ਼ੀਜ਼ ਦੇ ਵਿੱਚ, ਜੇ ਇਹਦਾ ਮੁਕਾਬਲਾ ਕੀਤਾ ਜਾਵੇ ਦੂਜੇ ਐਥਨਿਕ ਗਰੁੱਪਸ ਦੇ ਨਾਲ। ਤੇ ਇਹ ਜਿਹੜਾ ਰਿਸਕ ਆ ਇਹ ਬਚਪਨ ਦੇ ਵਿੱਚ ਹੀ ਜ਼ਿਆਦਾ ਹੋ ਜਾਂਦਾ। ਸਾਡੇ ਬੱਚਿਆਂ ਦੇ ਵਿੱਚ, ਸਾਊਥ ਏਸ਼ੀਅਨ ਬੱਚਿਆਂ ਦੇ ਵਿੱਚ ਇਹ ਰਿਸਕ ਜ਼ਿਆਦਾ ਹੈ, ਕਿਉਂਕਿ ਜਿਹੜਾ ਭਾਰ ਇਹਨਾਂ ਦਾ ਜ਼ਿਆਦਾ ਦੱਸਿਆ ਜਾ ਰਿਹਾ। ਸਟੱਡੀਜ਼ ਵਿੱਚ ਇਹ ਵੀ ਪਤਾ ਲੱਗਿਆ ਕਿ ਡੈਮੋਗ੍ਰਾਫਿਕਸ ਇਹ ਵੀ ਸ਼ੋਅ ਕਰਦੇ ਆ ਕਿ ਜ਼ਿਆਦਾ ਬਲੱਡ ਸ਼ੂਗਰ ਲੈਵਲ, ਜਿਹੜੀ ਮੋਟੇ ਹੋਣਾ, ਵੇਸਟ ਸਰਕਮਫਰੈਂਸਿਸ ਇੱਥੇ ਜਿਹੜਾ ਜ਼ਿਆਦਾ ਹੋਣਾ, ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ, BMI ਜ਼ਿਆਦਾ ਹੋਣਾ, ਬਾਡੀ ਮਾਸ ਇੰਡੈਕਸ ਵੀ ਬੰਦੇ ਦਾ ਭਾਰ ਕਿੰਨਾ ਅਤੇ ਕੱਦ ਕਿੰਨਾ, ਉਹਦੇ ਨਾਲ ਜਿਹੜਾ ਹਿਸਾਬ ਕਿਤਾਬ ਕੀਤਾ ਜਾਂਦਾ। ਦੂਜੇ ਗਰੁੱਪਸ ਦੇ ਚਿਲਡਰਨ ਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਇਹ ਜ਼ਿਆਦਾ ਦੱਸਿਆ ਜਾ ਰਿਹਾ ਹੈ। ਅਤੇ ਲਾਈਫ ਸਟਾਈਲ ਜਿਹੜਾ ਇਸ 'ਤੇ ਜਿਹੜਾ ਜਨੈਟਿਕਸ ਆ ਇਹਨਾਂ ਨੂੰ ਰਲਾ ਕੇ ਗੱਲਬਾਤ ਇਹ ਹੁੰਦੀ ਹੈ। ਅਤੇ ਸਾਊਥ ਏਸ਼ੀਅਨ ਬੇਬੀਜ਼ ਦੇ ਵਿੱਚ ਪਹਿਲਾਂ ਤੋਂ ਹੀ ਜਿਹੜੀ ਇਨਸੂਲਿਨ ਰੈਜ਼ਿਸਟੈਂਸ ਆ ਉਹ ਵੀ ਜ਼ਿਆਦਾ ਦੱਸਦੇ ਆ ਕਿ ਹੁੰਦੀ ਆ। ਅਤੇ ਹੁਣ ਇਹਨਾਂ ਦੇ ਲਈ ਆਫਰ ਕੀਤਾ ਸੀ ਟਵਾਈਸ ਵੀਕਲੀ 45 ਤੋਂ 60 ਮਿੰਟ ਦਾ ਭੰਗੜਾ, ਹਫ਼ਤੇ 'ਚ 2 ਵਾਰੀ 45 ਤੋਂ 60 ਮਿੰਟ ਦਾ ਭੰਗੜਾ ਡਾਂਸ ਕਲਾਸਿਸ, ਅਤੇ 4 ਸਰੀ ਏਰੀਆ ਦੇ ਹਾਈ ਸਕੂਲ ਦੇ ਵਿੱਚ। ਰਾਇਲ ਅਕੈਡਮੀ ਆਫ ਭੰਗੜਾ ਦੇ ਵਿੱਚ ਹਰਦੀਪ ਸਿੰਘ ਸਹੋਤਾ ਇਹਨਾਂ ਨੂੰ ਸਿਖਾਉਂਦੇ ਆ, ਅਤੇ ਸਾਊਥ ਏਸ਼ੀਅਨ ਜਿਹੜੇ ਪੇਰੈਂਟਸ ਨੇ ਉਹ ਉੱਥੇ ਲੈ ਕੇ ਜਾਂਦੇ ਆ। ਇਹਨਾਂ ਦੇ ਵਿੱਚ ਉਹ ਦੱਸਦੇ ਆ ਕਿ ਭੰਗੜੇ ਦੇ ਨਾਲ ਜਿਹੜੀਆਂ ਐਕਸਰਸਾਈਜ਼ ਦੀਆਂ ਹੈਬਿਟਸ ਨੇ ਉਹ ਹੋ ਰਹੀਆਂ। ਅਤੇ ਦੂਜਾ ਇਹਦੇ ਵਿੱਚ ਟਰਾਇਲ ਦੇ ਵਿੱਚ ਇਹ ਵੀ ਮੋਨੀਟਰ ਕੀਤਾ ਗਿਆ ਜਿਹੜੇ ਕਿੰਨੇ ਉੱਥੇ ਰਨ ਹੋਏ ਗਏ ਆ, ਕਿੰਨੇ ਇਹਨਾਂ ਨੇ ਨੰਬਰ ਆਫ ਲੈਪਸ ਕਿੰਨੇ ਆ, ਜਾਂ ਵਰਟੀਕਲ ਹਾਈਟ ਦੇ ਜੰਪ ਇਹਨਾਂ ਨੇ ਕੀਤੇ ਜਾਂਦੇ ਆ। ਅਤੇ ਇਹ ਸਾਰੇ ਕੁਛ ਦੇ ਨਾਲ ਜਿਹੜਾ ਵੇਸਟ ਸਾਈਜ਼ ਆ ਲੱਕ ਆ ਇਹਦੇ ਉੱਤੋਂ ਮਾਸ ਇਹਨਾਂ ਦਾ ਦੱਸਦੇ ਘਟਿਆ ਆ। ਅਤੇ ਸਾਡੇ ਕੋਲ ਜਿਹੜੇ ਕਾਫੀ ਉਹ ਕਹਿੰਦੇ ਬੈਟਰ ਰਿਜ਼ਲਟ ਹੈਗੇ ਆ। ਬਹੁਤ ਸਾਰੇ ਮਤਲਬ ਡਾਂਸਰਸ ਨੇ ਉਹ ਜਿਹੜਾ ਪ੍ਰੋਜੈਕਟ ਤਾਂ ਥੋੜ੍ਹੇ ਚੱਲੇ ਸ਼ੁਰੂ ਕੀਤਾ ਸੀ, ਉਹ ਕਹਿੰਦੇ ਅਸੀਂ ਇਹਨੂੰ ਇਸੇ ਤਰ੍ਹਾਂ ਹੀ ਅੱਗੇ ਜਾਰੀ ਰੱਖਾਂਗੇ। ਸੋ ਜਿੱਥੇ ਇਹ ਸਾਡਾ ਫੋਕ ਡਾਂਸ ਆ, ਸਾਡਾ ਆਪਣੀਆਂ ਜੜ੍ਹਾਂ ਦੇ ਨਾਲ ਜੋੜਦਾ ਹੈ, ਦੂਜਾ ਉਹਦੇ ਨਾਲ ਨਾਲ ਹੀ ਇਹ ਤੁਹਾਡੀ ਸਿਹਤ ਦੇ ਵਿੱਚ ਵੀ ਮਦਦ ਕਰਦਾ। ਔਰ ਜਦੋਂ ਜਿਹੜਾ ਹੌਸਪੀਟਲ ਜਾਂ ਇੱਥੋਂ ਦੇ ਲੋਕ ਇਹ ਕਹਿੰਦੇ ਹੋਣ ਕਿ ਇਹਦੇ ਨਾਲ ਫਾਇਦਾ ਹੈ ਤਾਂ ਇਹ ਹੋਰ ਵੀ ਚੰਗੀ ਗੱਲ ਹੁੰਦੀ ਆ। ਸਾਊਥ ਏਸ਼ੀਅਨ ਕਿਡਸ ਹੀ ਨਹੀਂ, ਸਾਰੇ ਸਾਊਥ ਏਸ਼ੀਅਨ ਜਿਹੜੇ ਆਪਾਂ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਆ, ਸਾਡੇ ਵਿੱਚ ਦਿਲ ਦੀਆਂ ਬਿਮਾਰੀਆਂ ਜ਼ਿਆਦਾ ਹੁੰਦੀਆਂ ਦੂਜੇ ਲੋਕਾਂ ਦੇ ਮੁਕਾਬਲੇ। ਸ਼ੂਗਰ ਸਾਨੂੰ ਦੁੱਗਣੀ ਹੁੰਦੀ ਦੂਜਿਆਂ ਦੇ ਨਾਲੋਂ, ਓਵਰਵੇਟ ਅਸੀਂ ਦੂਜਿਆਂ ਦੇ ਨਾਲੋਂ, ਵਾਈਟ ਪੀਪਲ ਨਾਲੋਂ ਜ਼ਿਆਦਾ ਹੈ। ਜਿਹੜੀ ਸਟੱਡੀ ਇੱਕ ਕੀਤੀ ਸੀ ਮੈਕਮਾਸਟਰ ਯੂਨੀਵਰਸਿਟੀ ਨੇ ਥੋੜ੍ਹੇ ਸਾਲ ਪਹਿਲਾਂ, ਉਹਦੇ ਵਿੱਚ ਇਹ ਸਾਹਮਣੇ ਆਈ ਸੀ ਸਾਰੀ ਗੱਲਬਾਤ। ਜਿਹੜੇ ਇਹਨਾਂ ਨੇ 50 ਇੰਟਰਲੇਟਡ ਪੇਪਰ ਸਟੱਡੀ ਕੀਤੇ ਸੀ, ਜਿਨ੍ਹਾਂ ਦੇ ਵਿੱਚ ਇਹ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਦੇ ਵਿੱਚ ਇਹ ਪਬਲਿਸ਼ ਹੋਏ ਸੀਗੇ, ਜਿਹਦੇ ਵਿੱਚ ਰਿਸਰਚਰਸ ਇਹ ਦੱਸਦੇ ਸੀ ਕਿ ਜਿਹੜੇ ਸਾਊਥ ਏਸ਼ੀਅਨ ਲੋਕ ਨੇ, ਜਿਹੜੇ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ ਤੋਂ ਆਪਾਂ ਆਉਂਦੇ ਹਾਂ, ਕੈਨੇਡਾ ਦੇ ਵਿੱਚ ਆਉਂਦੇ ਹਾਂ, ਅਤੇ ਇਹ ਮਤਲਬ 3-4% ਇੱਥੋਂ ਦੀ ਪਾਪੂਲੇਸ਼ਨ ਦਾ ਬਣ ਜਾਂਦਾ ਆ। ਅਤੇ ਜੇ ਕਿੰਨੇ ਹੀ ਜਿਹੜੇ ਹੈਗੇ ਨੇ ਉੱਥੇ ਟਾਈਪ 2 ਡਾਇਬਟੀਜ਼ ਸਾਡੇ ਵਿੱਚ ਇਹ ਜ਼ਿਆਦਾ ਹੈਗੀ ਆ। ਅਤੇ ਇਹ ਸ਼ੁਰੂ ਕਹਿੰਦੇ ਬਚਪਨ ਤੋਂ ਹੀ ਹੁੰਦੀ ਆ। ਜਿਹੜਾ ਬਚਪਨ ਦੇ ਵਿੱਚ ਓਬੈਸਿਟੀ ਆ, ਚਾਈਲਡ ਓਬੈਸਿਟੀ ਆ, ਇਹ ਇਕੱਲੇ ਕੈਨੇਡਾ ਦੇ ਵਿੱਚ ਨਹੀਂ, ਅਮਰੀਕਾ ਦੇ ਵਿੱਚ ਵੀ ਵੱਡੀ ਸਮੱਸਿਆ ਬਣੀ ਹੈ। ਉਹਨਾਂ ਨੇ ਇਹਦਾ ਹੋਰ ਹੱਲ ਕੀਤਾ ਸੀ ਵੀ ਇਹਦੇ ਲਈ ਭਾਵੇਂ ਬੈਰੀਐਟ੍ਰਿਕ ਸਰਜਰੀ ਕਰੋ, ਭਾਵੇਂ ਇਹਨਾਂ ਦਾ ਆਪਰੇਸ਼ਨ ਕਰਕੇ ਢਿੱਡ ਦਾ ਅੰਦਰੋਂ ਮੈਦੇ ਦਾ ਸਾਈਜ਼ ਛੋਟਾ ਕਰ ਦਿਓ, ਜਾਂ ਇਹਨਾਂ ਦੀ ਜਿਹੜੀ ਅੰਤੜੀ ਆ ਉਹਨੂੰ ਕੱਟ ਕੇ ਬਾਈਪਾਸ ਕਰ ਦਿਓ ਵੀ ਜਿੱਦਾਂ ਵੀ ਖਾਣੇ ਪਚੇ ਘੱਟ ਇਹਨਾਂ ਨੂੰ, ਜਾਂ ਇਹਨਾਂ ਨੂੰ ਮੈਦਾ ਛੋਟਾ ਕਰ ਦਿਓ, ਇਹਨਾਂ ਨੂੰ ਭੁੱਖ ਹੀ ਘੱਟ ਲੱਗੇ, ਜਾਂ ਇਹਨਾਂ ਨੂੰ ਦਵਾਈ ਦਿਓ, ਕੁਛ ਕਰੋ। ਕਹਿੰਦੇ ਬਚਪਨ ਦੇ ਵਿੱਚ ਹੀ ਬੱਚੇ ਦਾ ਵੇਟ ਘਟਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਕਾਰਡੀਓਵੈਸਕੂਲਰ ਹੈਲਥ ਜਿਹੜੀ ਉਹ ਰਿਲੇਟਡ ਆ, ਅੱਗੇ ਜਾ ਕੇ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ। ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਅਤੇ ਕੱਲ੍ਹ ਆਪਾਂ ਫਿਰ ਹਾਜ਼ਰ ਹੋਵਾਂਗੇ ਕੱਲ੍ਹ ਦੀਆਂ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।